ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਸ਼ਰਧਾ ਤੇ ਸਤਿਕਾਰ ਦੇ ਨਾਲ ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਗੁਰੂ ਚਰਨਾਂ ਵਿੱਚ ਸਫਲੀਆਂ ਬਣਾਈਏ। ਸਤਿਗੁਰਾਂ ਦੀ ਪਵਿੱਤਰ ਅਤੇ ਪਾਵਨ ਅੰਮ੍ਰਿਤਮਈ ਕਥਾ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ ਰਾਜਾ ਸ਼ਿਵਨਾਭ ਦੇ ਨਾਲ। ਗੁਰੂ ਨਾਨਕ ਸਾਹਿਬ ਜੀਆਂ ਦੀ ਵਿਚਾਰ ਗੋਸ਼ਟੀ ਹੋਈ। जोगी जुगत नाम निर्मायल ताकै मैल न राती। इन्हां बचनां द्वारा जदों सतगुरां ने उपदेश बख्शिश कीता, कई ख्याल राजे दे मन विच आए कि तुसी ब्राह्मण ते नहीं, तुहाडी जात की है, गोत की है। बड़े गहरे भेद गुरु साहब जी ने बख्शिश कीते। राजा ज्यों ज्यों नेड़े आउंदा है त्यों त्यों गुरु साहब उलझा दिंदे आ। निश्चा भी बहुत वड्डा बनता जा रहा है। किते ना किते मन ये भी कहता किते योगी सिद्ध पीर ना कोई होवे। इन्हां सारे प्रकरणां नूं आप जी ने बड़े विस्तार सहित सरवण कीता। आओ जी कुछ क समां प्यार दी पाओ सांझ, गज वज के आखो जी सतनाम श्री गुरु साहिब जी। सतनाम श्री गुरु साहिब जी। चौपाई बहु विचार कर सोचन लगा, घटी बितै पुन कह वड भागा। संगला दीप दा राजा शिवनाभ बड़े लंबे समय तो तकरीबन 7.5 घंटिया तो हाथ जोड़ के सतगुरां दे सामने खड़े है। वो जेड़े जेड़े सवाल करदा है, दीन दुनिया दे मालक गुरु नानक साहब जी राग मारू द्वारा उपदेश दे रहे हैं। सतगुरां दे बचन अंदर असर कर रहे ने, जीवन ते प्रभाव पै रहा है। पर मन ही मन सोचदा है ये रब ने जा कोई योगी ने। अंदर दे फुरने सतगुर जानते आ घटां घटां दियां भी राजा शिवनाभ की कुछ सोचदा ए। जे तुम गोरख देहो बुझाई, सुन कर सतगुर गिरा आलाई। शिवनाभ राजा कहंदा सतगुरु वेख्यो किते तुसी गोरख ते नहीं, गुरु गोरख जो योगियां दे गुरु ने। गुरु साहब मुस्करा पे, हस पे। फिर साहब जी सुभाविक रसना तो शब्द गाउन लगे आ, आखिरी सतरां आखिरी बचन। जदों ने कहा ना भी तुसी मैनू गोरख जी लगदे हो, गोरख दे टिल्ले नूं कौन नहीं जानदा, मछिंद्र नाथ नूं कौन नहीं जानदा। ये तो वो लोग ने जिन्हां ने गुरु नानक साहब जी दे नाल आउण वाले समय विच सिद्ध गोष्ट करनी है।
ਹਿੰਦੁਸਤਾਨ ਦਾ ਗੁਰੂ ਸੀ ਗੋਰਖਨਾਥ, ਜਿਹਦੇ ਨਾਂ ਉੱਤੇ ਕਦੇ ਗੋਰਖ ਮਤਾ ਵਸਦਾ ਸੀ, ਜਿਹਨੂੰ ਅੱਜ ਕੱਲ੍ਹ ਆਪਾਂ ਨਾਨਕ ਮਤਾ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ ਯੂਪੀ ਦੇ ਵਿੱਚ। ਐਡਾ ਵੱਡਾ ਪ੍ਰਭਾਵ ਸੀ ਉਹਦਾ, ਉਹਨਾਂ ਗੁਰੂਆਂ ਦੇ ਨਾਂ ਤੇ ਇਲਾਕੇ ਵਸਦੇ ਸੀ। ਗੁਰੂ ਨਾਨਕ ਸਾਹਿਬ ਜੀ ਨੇ ਰਾਜੇ ਨੂੰ ਸੰਬੋਧਨ ਕਰਕੇ ਅੰਮ੍ਰਿਤ ਬਚਨ ਦਾ ਆਖਰੀ ਧੁਰਾ, ਜਿਹਦੇ ਵਿੱਚ ਸਾਰਾ ਕੁਝ ਹੀ ਕਥਨ ਕੀਤਾ ਹੋਇਆ ਹੈ। ਇਹ ਤੋਂ ਪਹਿਲਾਂ ਲਿਖਿਆ ਸੀ, ਸਾਡਾ ਹਿਰਦਾ ਇੱਕ ਛਾਬੇ ਵਰਗਾ ਹੈ, ਜਿਹਦੇ ਵਿੱਚ ਅਸੀਂ ਨਾਮ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਪਰ ਜਦੋਂ ਗੱਲ ਗੋਰਖ ਦੀ ਆਈ, ਹੁਣ ਗੁਰੂ ਸਾਹਿਬ ਗੋਰਖ ਦੇ ਅਰਥ ਕੀ ਕਰਦੇ ਆ? ਗੋਰਖ ਕਹਿੰਦੇ ਕਿਹਨੂੰ ਆ? ਸਤਿਗੁਰੇ ਉਹ ਦੱਸਦੇ ਹਨ, ਉਪਰ ਗਗਨ ਗਗਨ ਪਰ ਗੋਰਖ। ਅੰਮ੍ਰਿਤ ਬਚਨਾਂ ਵਿੱਚ ਸਾਹਿਬ ਜੀ ਨੇ ਆਖਿਆ ਉਪਰ ਗਗਨ, ਗਗਨ ਪਰ ਗੋਰਖ। ਗਗਨ ਕਿਹਨੂੰ ਕਹਿੰਦੇ ਆ ਜੀ? ਆਕਾਸ਼। ਸ਼ਬਦ ਪੜ੍ਹਦੇ ਹੋ ਨਾ, ਗਗਨ ਮੈਂ ਥਾਲ ਰੱਬ ਚੰਦ ਦੀਪਕ ਬਨੇ। ਗਗਨ ਆਕਾਸ਼। ਸਤਿਗੁਰ ਕਹਿੰਦੇ ਉੱਪਰ ਗਗਨ, ਵੀ ਉੱਪਰ ਆਕਾਸ਼ ਹੈ। ਗਗਨ ਪਰ ਗੋਰਖ, ਕਹਿੰਦੇ ਆਕਾਸ਼ ਉੱਤੇ ਆਕਾਸ਼, ਆਕਾਸ਼ ਉੱਤੇ ਫੇਰ ਗੋਰਖ ਬੈਠੇ ਆ। ਲੱਗਾ ਕੁਝ ਸਮਝ ਜੀ? ਨਹੀਂ। ਗੋਰਖ ਦਾ ਆਕਾਸ਼ ਨਾਲ ਕੀ ਲੈਣ ਦੇਣ? ਆਕਾਸ਼ ਤੇ ਇੱਕ ਹੈ। ਇਸਲਾਮ ਦੇ ਮੁਤਾਬਕ 7 ਪਤਾਲ ਤੇ 7 ਆਕਾਸ਼। 7 ਦਾ ਜ਼ਿਕਰ ਕਿਉਂ ਨਹੀਂ ਕੀਤਾ? ਜੇ ਜ਼ਿਕਰ ਕਰਦੇ 1 ਦਾ ਕਰਦੇ ਜਾਂ 7 ਦਾ ਕਰਦੇ, 2 ਦਾ ਕਿਉਂ ਕੀਤਾ? ਅਰਥ ਗੰਭੀਰ ਨੇ। ਉੱਪਰ ਗਗਨ, ਗਗਨ ਨਾਮ ਹੈ ਸਾਡੇ ਦਿਮਾਗ ਦਾ, ਜੋ ਸਾਡੇ ਸਰੀਰ ਵਿੱਚ ਸਭ ਤੋਂ ਉੱਚੀ ਥਾਂ ਤੇ ਹੈ। ਗਗਨ ਪਰ ਗੋਰਖ, ਕਹਿੰਦੇ ਇਸ ਦਿਮਾਗ ਦੇ ਵਿੱਚ ਵਿਚਕਾਰ ਆ ਜਿਹੜਾ ਹਿੱਸਾ ਹੈ, ਜਿਹਨੂੰ ਅਸੀਂ ਦਸਮ ਦੁਆਰ ਕਹਿੰਦੇ ਆ, ਇਹ ਹੈ ਦੂਜਾ ਆਕਾਸ਼। ਉੱਪਰ ਗਗਨ, ਗਗਨ ਪਰ ਗੋਰਖ। ਗੋਰਖ ਨਾਮ ਹੈ ਜੋ ਗੋ ਨਾਮ ਧਰਤੀ ਦਾ ਰੱਖ ਨਾਮ ਰੱਖਿਆ ਕਰਦਾ, ਜੋ ਸਮੁੱਚੀ ਪ੍ਰਿਥਵੀ ਕਾਇਨਾਤ ਦੀ ਰੱਖਿਆ ਕਰੇ, ਉਹਨੂੰ ਕਹਿੰਦੇ ਗੋਰਖ। ਸਤਿਗੁਰ ਕਹਿੰਦੇ ਭਾਈ ਉਹ ਗੋਰਖ ਵਸਦਾ ਏ ਦੂਜੇ ਆਕਾਸ਼ ਵਿੱਚ, ਜਿਹਨੂੰ ਅਸੀਂ ਚੌਥਾ ਪਦ ਕਹਿੰਦੇ ਆ। ਧਰਮ ਦੀ ਦੁਨੀਆ ਦੇ ਵਿੱਚ ਜਿਹਨੂੰ ਦਸਮ ਦੁਆਰ ਕਿਹਾ ਜਾਂਦਾ ਹੈ, ਸਤਿਗੁਰ ਕਹਿੰਦੇ ਇਸ ਆਕਾਸ਼ ਉੱਤੇ, ਜਿਹੜਾ ਆਕਾਸ਼ ਆ ਨਾ, ਉੱਥੇ ਰੱਬ ਜੀ ਆਪ ਵਸਦੇ ਆ। ਰੱਬ ਦੂਰ ਥੋੜੀ ਆ ਸਾਡੇ ਤੋਂ। ਪਰਮਾਤਮਾ ਕਿਸੇ ਤੋਂ ਵੀ ਦੂਰ ਨਹੀਂ, ਪਰ ਦੁਨੀਆ ਰੱਬ ਤੋਂ ਦੂਰ ਆਪ ਹੋਈ ਬੈਠੀ ਹੈ। ਸਾਹਿਬ ਕਹਿੰਦੇ ਉਹ ਗੋਰਖ ਧਰਤੀ ਦੀ ਪਾਲਣਾ ਕਰਨ ਵਾਲਾ, ਉੱਚੀ ਥਾਂ ਤੇ ਸਜਿਆ ਹੋਇਆ ਏ। ਤਾਕ ਅਗਮ ਗੁਰੂ ਪੁਨਵਾਸੀ। ਤਾਕੈ ਅਗਮ ਗੁਰੂ ਪੁਨਵਾਸੀ। ਗੁਰੂ ਨਾਮ ਹੈ ਵੱਡੇ ਦਾ। ਕਹਿੰਦੇ ਜਿਨ੍ਹਾਂ ਨੇ ਗੁਰੂ ਨੂੰ ਧਾਰਨ ਕੀਤਾ ਉਹ ਉਸ ਦੁਨੀਆ ਦੇ ਵਾਸੀ ਹੋ ਗਏ। ਉਹ ਦੁਨੀਆ ਕਿਹੜੀ ਆ? ਸੱਚਖੰਡ। ਰੱਬ ਦੇ ਪਿਆਰੇ ਵਸਦੇ ਕਿੱਥੇ ਆ ਜੀ? ਸੱਚਖੰਡ। ਮਰਿਆਂ ਵੀ ਸੱਚਖੰਡ ਤੇ ਜਿਉਂਦਿਆਂ ਵੀ। ਜਿਉਂਦੇ ਜੀ ਉਹ ਸੱਚਖੰਡ ਵਿੱਚ ਰਹਿੰਦੇ ਆ, ਨਾ ਭੁੱਖ ਸਤਾਵੇ, ਨਾ ਦੁੱਖ ਸਤਾਵੇ, ਨਾ ਦੁਨੀਆ ਦੀ ਪਰਵਾਹ। ਹਰ ਬੰਦਾ ਕਹਿੰਦਾ ਮੇਰੇ ਕੋਲ ਦੁਨਿਆਵੀ ਸੁੱਖ ਹੋਣ। ਸੁੱਖਾਂ ਦਾ ਭਾਵ ਕੀ? ਵੀ ਮੈਂ ਕਦੇ ਦੁਖੀ ਨਾ ਹੋਵਾਂ। ਉਹ ਕੀ ਹੈ? ਸਵਰਗ। ਮੰਨਦੇ ਆ ਨਾ ਵੀ ਫਲਾਣੇ ਦੀ ਜ਼ਿੰਦਗੀ ਸਵਰਗ ਵਰਗੀ, ਉਹਨੂੰ ਤੇ ਸੁਪਨੇ 'ਚ ਵੀ ਦੁੱਖ ਕੋਈ ਨਹੀਂ ਹੈ, ਉਹ ਤੇ ਸੁਖੀ ਬੜਾ ਹੈ। ਤੇ ਸੱਚਖੰਡ ਜਿਉਂਦੇ ਜੀ ਹੈ। ਰੱਬ ਦੇ ਪਿਆਰੇ ਗੁਰਮੁਖ ਜਾਨੋ, ਸੱਚਖੰਡ ਦੀਆਂ ਚੁੱਭੀਆਂ ਹਰ ਵੇਲੇ ਲਾਉਂਦੇ ਆ। ਮਰਦ ਕਹਿੰਦੇ ਭਾਈ ਉੱਥੇ ਗੁਰੂ ਵਸਦਾ। ਗੁਰੂ ਪਿਆਰਾ ਸਤਿਗੁਰੂ ਆਤਮਾ ਤੇ ਪਰਮਾਤਮਾ ਦਾ ਸਮੇਲ ਕਰਾਉਂਦਾ। ਦੋਨੋਂ ਇੱਕ ਮਿੱਕ ਜਦੋਂ ਹੋ ਜਾਂਦੇ ਨੇ, ਕਹਿੰਦੇ ਉਸ ਅਵਸਥਾ ਦੇ ਵਿੱਚ ਇਹ ਜ਼ਿਕਰ ਆਉਂਦਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾਹੂ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਕਹਿੰਦੇ ਜਦੋਂ ਆਪਾ ਤੇ ਪਰਕਾ ਕਹੀਏ, ਪਰਾਇਆ ਮਿਟਿਆ, ਫਿਰ ਤੂੰ ਹੀ ਤੂੰ ਦਿਸਦਾ। ਗੁਰੂ ਨਾਨਕ ਸਾਹਿਬ ਜੀਆਂ ਦੇ ਇਹ ਅਗੰਮੀ ਬੋਲ ਸਨ। ਉਹਨੇ ਪੁੱਛਿਆ ਤੁਸੀਂ ਕਿਤੇ ਗੋਰਖ ਤੇ ਨਹੀਂ ਨਾ? ਸਤਿਗੁਰ ਕਹਿੰਦੇ ਨਹੀਂ, ਅਸੀਂ ਤੇ ਉਹਦਾ ਸਰੂਪ ਹਾਂ ਜੋ ਸਮੁੱਚੀ ਕਾਇਨਾਤ ਦਾ ਮਾਲਕ ਹੈ। ਗੁਰ ਬਚਨੀ ਬਾਹਰ ਘਰ ਏਕੋ। ਗੁਰ ਬਚਨੀ ਬਾਹਰ ਘਰ ਏਕੋ। ਕਹਿੰਦੇ ਗੁਰੂ ਦੇ ਬਚਨਾਂ ਦੇ ਨਾਲ ਇੱਕੋ ਹੀ ਘਰ ਹੈ। ਗੁਰੂ ਨੇ ਇੱਕ ਵਾਲਾ ਬਣਾਇਆ, ਸਾਨੂੰ ਇੱਕ ਦੇ ਸਰੂਪ 'ਚ ਬਿਠਾਇਆ ਹੈ।
ਗੁਰੂ ਨੇ ਕਦੇ ਨਹੀਂ ਕਿਹਾ ਰੱਬ ਦੋ ਨੇ ਜਾਂ ਚਾਰ ਨੇ। ਸਤਿਗੁਰ ਕਹਿੰਦੇ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ ਇੱਕੋ ਹੈ। ਕਹਿੰਦੇ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਕੇਵਲ ਪੂਰੇ ਸਤਿਗੁਰ ਨੇ ਜੋੜਿਆ ਏ। ਨਾਨਕ ਭਇਆ ਉਦਾਸੀ, ਨਾਨਕ ਭਇਆ ਉਦਾਸੀ। ਕਹਿੰਦੇ ਜਿਸ ਦਿਨ ਤੋਂ ਸਾਨੂੰ ਪੂਰੇ ਸਤਿਗੁਰੂ ਨੇ ਆਪਣੇ ਸਰੂਪ ਪਰਮਾਤਮਾ ਨਾਲ ਮਿਲਾਇਆ ਨਾ, ਉਸੇ ਦਿਨ ਤੋਂ ਅਸੀਂ ਉਦਾਸ ਭਇਆ ਕਹੀਏ ਹੋ ਗਏ। ਉਹ ਵੇਖਦਾ ਸੀ ਨਾ ਭਗਵੇ ਕੱਪੜੇ ਪਾਇਆ, ਯੋਗੀਆਂ ਦੀਆਂ ਗੱਲਾਂ ਕਰਦੇ ਆ। ਮਰਦ ਕਹਿੰਦੇ ਉਦਾਸੀ ਹਾਂ ਅਸੀਂ। ਪੁੱਛਦਾ ਸੀ ਤੁਸੀਂ ਗ੍ਰਸਤੀ ਹੋ ਜਾਂ ਉਦਾਸੀ ਹੋ ਜਾਂ ਬਾਨਪ੍ਰਸਤ? ਸਾਹਿਬ ਕਹਿੰਦੇ ਅਸੀਂ ਉਦਾਸੀਨ ਹਾਂ। ਉਦਾਸੀ ਕਿਹਨੂੰ ਕਹਿੰਦੇ ਆ? ਜਿਹੜਾ ਜੱਗ ਨੂੰ ਝੂਠਾ ਜਾਣ ਕੇ ਜੱਗ ਦੇ ਪਦਾਰਥਾਂ ਨਾਲ ਪਿਆਰ ਹੀ ਨਾ ਕਰੇ। ਪਤਾ ਹੈ ਜੇ ਭਰਾ ਬਣਾਇਆ ਉਹ ਵੀ ਦੁੱਖ ਦਊ, ਭੈਣ ਬਣਾ ਲਈ ਉਹ ਵੀ ਦੁੱਖ ਦਊ, ਰਿਸ਼ਤੇਦਾਰ ਬਣਾਊ ਉਹ ਵੀ ਦੁੱਖ ਦੇਣਗੇ, ਯਾਰ ਬਣਾਊ ਦੁੱਖ ਉਹ ਵੀ ਦੇਣਗੇ, ਤੇ ਜੇ ਆਪਣੇ ਸਰੀਰ ਨੂੰ ਸੋਲ ਬਣਾਵਾਂਗਾ ਤੇ ਦੁਖੀ ਇਹ ਵੀ ਕਰੇਗਾ। ਉਹ ਉਦਾਸ ਰਹਿੰਦੇ ਆ, ਉਹ ਆਸਾਂ ਹੀ ਨਹੀਂ ਰੱਖਦੇ ਕਿਸੇ ਤੋਂ, ਚਾਹਤ ਹੀ ਨਹੀਂ ਰੱਖਦੇ। ਕਹਿੰਦੇ ਜੋ ਪਰਮਾਤਮਾ ਨੇ ਦਿੱਤਾ ਇਹ ਬੜਾ ਵੱਡਾ ਸ਼ੁਕਰ ਹੈ, ਜੇ ਇਹ ਵੀ ਨਾ ਦਿੰਦਾ ਫੇਰ ਉਦਾਸੀ ਦਾ ਜੀਵਨ ਇੱਥੇ ਖੜਾ ਹੈ। ਤੇ ਅਸੀਂ ਕਹਿੰਦੇ ਆ ਵੀ ਰੱਬਾ ਤੂੰ ਆ ਵੀ ਨਹੀਂ ਦਿੱਤਾ, ਉਹ ਵੀ ਨਹੀਂ ਦਿੱਤਾ। ਜੋ ਸਾਡੇ ਕੋਲ ਆ ਉਹਦੀ ਵੈਲਿਊ ਕੋਈ ਨਹੀਂ, ਤੇ ਜੋ ਸਾਡੇ ਕੋਲ ਨਹੀਂ ਹੈ ਅਸੀਂ ਉਹਦੇ ਪਿੱਛੇ ਭਟਕਦੇ ਫਿਰਦੇ ਹਾਂ। ਚੰਗਾ ਮਿੱਤਰ ਸਾਡੇ ਕੋਲ ਹੋਵੇ ਅਸੀਂ ਇੱਜ਼ਤ ਨਹੀਂ ਕਰਦੇ, ਚੰਗਾ ਰਿਸ਼ਤੇਦਾਰ ਸਾਡੇ ਕੋਲ ਹੋਵੇ ਅਸੀਂ ਇੱਜ਼ਤ ਨਹੀਂ ਕਰਦੇ। ਅਸੀਂ ਦੂਜੇ ਵੱਲ ਵੇਖਦੇ ਹਾਂ ਕਿੰਨੇ ਖੁਸ਼ ਨੇ, ਕਾਸ਼ ਅਸੀਂ ਵੀ ਹੁੰਦੇ। ਸਾਡੇ ਕੋਲ ਆ ਵੀ ਹੁੰਦਾ, ਜੋ ਸਾਡੇ ਕੋਲ ਆ ਉਹਦੇ 'ਚ ਖੁਸ਼ ਉਹੀ ਰਹਿੰਦਾ ਏ ਜੋ ਰੱਬ ਦਿਆਂ ਰੰਗਾਂ ਦੇ ਵਿੱਚ ਭਿੱਜਿਆ ਹੋਵੇ। ਸਤਿਗੁਰੂ ਕਹਿੰਦੇ ਨਾਨਕ ਭਇਆ ਉਦਾਸੀ। ਅਸੀਂ ਤੇ ਅੰਦਰੋਂ ਉਦਾਸ ਹਾਂ। ਉਦਾਸ ਇਸ ਲਈਆਂ ਵੀ ਇਹ ਜੋ ਸੰਸਾਰ ਦਿਸਦਾ ਏ ਇਹ ਸਾਡਾ ਨਹੀਂ ਹੈ, ਕਿਸੇ ਦਾ ਬਣਿਆ ਹੀ ਨਹੀਂ। ਇਹ ਤੇ ਝੂਠੀ ਦੁਨੀਆ ਹੈ, ਝੂਠਾ ਸੰਸਾਰ ਹੈ। ਕਹਿੰਦੇ ਜਦੋਂ ਇਸ ਦ੍ਰਿਸ਼ਟਮਾਨ ਸੰਸਾਰ ਨੂੰ ਵੇਖਿਆ ਤੇ ਮਿਥਿਆ ਏ, ਇਹਦੇ ਨਾਲ ਚਿੱਤ ਲਾਇਆ ਹੀ ਨਹੀਂ। ਚੋਪਈ ਸੁਣੀ ਜਬੈ ਬਾਣੀ ਸੁਖ ਰਸੀ, ਜਨ ਹੋ ਨਾਨਕ ਭਇਆ ਉਦਾਸੀ। ਜਦੋਂ ਸਤਿਗੁਰਾਂ ਨੇ ਸ਼ਬਦ ਵਿੱਚ ਲਿਖ ਦਿੱਤਾ ਨਾ ਨਾਨਕ ਭਇਆ ਉਦਾਸੀ, ਇਹ ਨਾਨਕ ਸ਼ਬਦ ਰਾਜੇ ਸ਼ਿਵਨਾਭ ਦੇ ਹਿਰਦੇ 'ਚ ਵਸ ਗਿਆ। ਉਹ ਇਹ ਉਹੀ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ, ਜਿਹੜੇ ਬੇਦੀਆਂ ਦੀ ਵੰਸ਼ ਵਿੱਚ ਆਪ ਆਏ ਨੇ। ਆਖੋ ਸਤਨਾਮ। ਇਹਨਾਂ ਦੇ ਅੰਮ੍ਰਿਤ ਬਚਨਾਂ ਦੇ ਵਿੱਚ ਸਾਦਗੀ ਹੈ, ਨਿਮਰਤਾ ਹੈ, ਨੀਵਾਂਪਣ ਹੈ। ਇਹੀ ਤੇ ਕਿਹਾ ਸੀ ਮਨ ਸੁਖ ਸ਼ਾਹੂਕਾਰ ਨੇ ਵੀ ਮੇਰਾ ਸਤਿਗੁਰੂ ਜਦੋਂ ਆਊਗਾ ਉਹ ਗੱਦਿਆਂ ਤੇ ਬਹਿਣ ਵਾਲਾ ਨਹੀਂ ਹੋਏਗਾ, ਸੋਹਣੇ ਸੋਹਣੇ ਪਲੰਘਿਆਂ ਤੇ ਸੌਣ ਵਾਲਾ ਨਹੀਂ ਹੋਏਗਾ, ਉਹ ਤੇ ਭੂਜੇ ਬਹਿਣ ਵਾਲਾ ਹੋਊ। ਨਿਮਰਤਾ ਦੀ ਮੂਰਤ ਹੋਊ। ਉਹ ਤੇ ਆਪਣੇ ਸਿੱਖਾਂ ਦੀ ਸੇਵਾ ਕਰੀ ਜਾਂਦਾ ਗੁਰੂ ਤੇ ਗੁਰੂ ਸਾਹਿਬ ਦਾ ਜੀਵਨ ਸੁਣਦੇ ਹੋ। ਆਉਣ ਵਾਲੇ ਸਮੇਂ 'ਚ ਵੀ ਆ ਜਾਣਾ ਕਥਾ ਦੇ ਵਿੱਚ ਕਿਵੇਂ ਸਤਿਗੁਰੂ ਆਪਣਿਆਂ ਸਿੱਖਾਂ ਦੀ ਸੇਵਾ ਆਪ ਕਰਦੇ ਆ। ਹੈ ਕੋਈ ਅੱਜ ਦਾ ਇਹੋ ਜਿਹਾ ਸਾਧ ਜਿਹੜਾ ਆਪਣੇ ਸਿੱਖਾਂ ਦੀ ਸੇਵਾ ਕਰੇ, ਸੰਗੀਆਂ ਦੀ ਸੇਵਾ ਕਰੇ? ਨਹੀਂ, ਬਿਰਲੇ ਆ। ਉਂਗਲਾਂ ਤੇ ਗਿਣੇ ਜਾਣ ਵਾਲੇ ਹੋਣਗੇ ਕਿਤੇ, ਪਰ ਗੁਰੂ ਸਾਹਿਬ ਤੇ ਆਪ ਫਿਰ ਪਰਮਾਤਮਾ ਨੇ। ਰਾਜੇ ਨੂੰ ਅੰਦਰੋਂ ਤਸੱਲੀ ਹੋਈ, ਅੰਦਰੋਂ ਆਵਾਜ਼ ਆਈ, ਮਨਾ ਰੱਬ ਤੇ ਹੋਰ ਕਸਵੱਟੀਆਂ ਨਾ ਲਾਈ। ਇਹ ਉਹ ਹੀ ਪਰਮੇਸ਼ਰ ਨੇ ਜਿਨ੍ਹਾਂ ਨੂੰ ਚੇਤੇ ਕਰਦਾ ਏ। ਨਿਸ਼ਚੈ ਦ੍ਰਿੜ ਕੀਨੋ ਮਨ ਰਾਉ, ਬੋਹਰ ਨ ਕਬਿਹੂ ਭਇਓ ਡੁਲਾਉ। ਐਸਾ ਨਿਸ਼ਚਾ ਅੰਦਰੋਂ ਪਰਪੱਕ ਕਰ ਲਿਆ, ਆਪਣੇ ਆਪ ਨੂੰ ਸਮਝਾਇਆ ਹੁਣ ਗੁਰੂ ਤੇਰੇ ਸਾਹਮਣੇ ਕੋਈ ਵੀ ਖੇਡ ਵਰਤਾਏ ਮਨਾ ਤੂੰ ਨਾ ਡੋਲੀ। ਗੁਰੂ ਡੁਲਾ ਸਕਦੇ ਆ, ਸਿੱਖ ਕਦੇ ਵੀ ਮਾਣ ਨਹੀਂ ਕਰ ਸਕਦਾ, ਕਦੇ ਹੰਕਾਰ ਕਰ ਹੀ ਨਹੀਂ ਸਕਦਾ ਵੀ ਮੈਂ ਪੂਰਾ ਤੇ ਮੇਰੇ ਤੇ ਪੂਰੀ ਕਿਰਪਾ। ਓਏ ਉਹਦਾ ਕੀ ਪਤਾ ਹੈ? ਉਹਨੇ ਤੇ ਭਾਈ ਜੋਗੇ ਵਰਗਿਆਂ ਨੂੰ ਜਿਹੜੇ ਬਚਪਨ ਤੋਂ ਗੁਰੂ ਚਰਨਾਂ 'ਚ ਰਹਿੰਦੇ ਰਹੇ, ਇੱਕ ਪਲ 'ਚ ਡੁਲਾ ਕੇ ਰੱਖਤਾ, ਇੱਕ ਪਲ 'ਚ ਮੱਤ ਫੇਰਤੀ। ਤੇ ਸਾਡਾ ਕਾਹਦਾ ਮਾਣ ਆ ਜੀ, ਮੈਂ ਬਚਪਨ ਤੋਂ ਗੁਰੂ ਘਰ ਨਾਲ ਜੁੜਿਆ ਰਹਿ। ਹਾਂ, ਜਿੱਦਣ ਬੁਢਾਪੇ ਤੱਕ ਜੁੜਿਆ ਰਹੇਗਾ ਉਦਣ ਪੂਜਨੀਕ ਹੋਏਗਾ, ਉਦਣ ਸਨਮਾਨਿਤ ਹੋਏਗਾ ਵੀ ਕੋਈ ਦਾਗ ਹੀ ਨਹੀਂ ਆ, ਜੀਵਨ ਤੇਰਾ ਸੱਚਾ ਸੁੱਚਾ ਸੀ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਮਨ 'ਚ ਪਰਪੱਕ ਬਣਾ ਲਿਆ ਵੀ ਮੈਂ ਅੱਜ ਤੋਂ ਬਾਅਦ ਕਦੇ ਵੀ ਆਪਣੇ ਸੱਜਣ ਨੂੰ ਪਰਖਣਾ ਨਹੀਂ ਹੈ। ਜਿਹਨੂੰ ਸੱਜਣ ਬਣਾ ਲਿਆ, ਜਿੱਦਣ ਉਹਨੂੰ ਪਰਖਣ ਲੱਗ ਗਏ ਤੇ ਸਮਝ ਲਓ ਸੱਜਣਤਾ ਹੀ ਗਈ। ਪਰਖੀ ਦਾ ਤੇ ਪਹਿਲਾਂ ਹੁੰਦਾ ਹੈ। ਗੁਰੂ ਸਾਹਿਬ ਨੇ ਅੰਦਰ ਦੀ ਗੱਲ ਜਾਣੀ ਵੀ ਹੁਣ ਇਹਦਾ ਨਿਸ਼ਚਾ ਪੱਕਾ ਹੋਇਆ ਹੈ,
ਇਹਦਾ ਸੰਕਲਪ ਅੱਜ ਦ੍ਰਿੜ ਹੋ ਗਿਆ ਏ। ਪ੍ਰੇਮ ਵਿਖੇ ਭੀ ਗਦ ਗਦ ਬਾਨੀ, ਭਨਤ ਬਿਣੈ ਉਸਤਤ ਪਦ ਸਾਨੀ। ਰਾਜਾ ਗੋਡਿਆਂ ਭਾਰ ਬੈਠ ਕੇ ਗਦ ਗਦ ਪਿਆਰ ਚ ਭਿੱਜਿਆ, ਪਿਆਰ ਦੇ ਬਚਨ ਬੋਲਦਾ, ਅੱਖਾਂ 'ਚ ਹੰਝੂ ਭਰੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਗਾਉਂਦਾ ਹੈ, ਉਸਤਤ ਗਾਉਂਦਾ ਹੈ। ਅੱਜ ਤੱਕ ਨਹੀਂ ਸੀ ਗਾਈ, ਪਰਖਣ ਵਾਲੀ ਭੇਜਦਾ ਸੀ, ਅੰਦਰੋਂ ਅੰਦਰੋਂ ਚੇਤੇ ਕਰਦਾ ਸੀ, ਬਾਹਰੋਂ ਪਰਖਦਾ ਸੀ। ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਮਾਫੀਆਂ ਮੰਗਦਾ ਹੈ, ਗੁਸਤਾਖੀਆਂ ਮੰਗਦਾ, ਸੱਚੇ ਪਾਤਸ਼ਾਹ ਮੈਂ ਗੁਨਾਹਗਾਰ ਹਾਂ, ਮੈਂ ਤੁਹਾਨੂੰ ਪਰਖਿਆ ਹੈ, ਪਰ ਤੇਰੇ ਜੈਸਾ ਮੈਨੂੰ ਕਿਤੇ ਨਹੀਂ ਮਿਲਿਆ। ਤੇਰੇ ਵਰਗਾ ਪਿਆਰਾ ਸੱਜਣ ਨਾ ਮੈਂ ਕਦੇ ਵੇਖਿਆ, ਨਾ ਮੈਨੂੰ ਮਿਲਣਾ ਏ। ਜਨਮ ਧਨ ਬੜ ਭਾਗ ਹਮਾਰਾ, ਜਾਂ ਤੇ ਦਰਸ਼ਨ ਭਇਓ ਤੁਮਾਰਾ। ਆਪ ਜੀ ਦੇ ਦਰਸ਼ਨ ਹੋ ਗਏ, ਮੇਰਾ ਜਨਮ ਹੀ ਅੱਜ ਵੱਡਿਆਂ ਭਾਗਾਂ ਵਾਲਾ, ਮੈਂ ਆਪਣੇ ਆਪ ਨੂੰ ਧੰਨ ਭਾਗ ਮੰਨਦਾ। ਕਿੰਨੇ ਨਾਨਕ ਬਣ ਕੇ ਸਤਿਗੁਰੂ ਇੱਥੇ ਆਉਂਦੇ ਰਹੇ, ਕਿੰਨਿਆਂ ਨੂੰ ਮੈਂ ਪਰਖਦਾ ਰਿਹਾ। ਉਸ ਪਰਖ ਵਿੱਚ ਮੇਰਾ ਵੀ ਮਨ ਦੁਖੀ ਹੁੰਦਾ ਸੀ, ਪਰ ਆਖਰ ਉਹ ਘੜੀ ਸੁਲੱਖਣੀ ਆ ਹੀ ਗਈ ਜਦੋਂ ਆਪ ਇਸ ਸੱਜਣ ਦੇ ਵਿਹੜੇ ਆ ਗਏ ਹੋ। ਕਿਰਪਾ ਕਰਿਓ ਕਦੇ ਮੈਥੋਂ ਦੂਰ ਨਾ ਹੋਇਓ। ਮਨ ਮੇਰੇ ਕੀ ਜਾਨੋ ਸੁਆਮੀ, ਬਨੈ ਨ ਕਹਿਬੋ ਅੰਤਰ ਜਾਮੀ। ਪਾਤਸ਼ਾਹ ਮੇਰੇ ਮਨ ਦੀ ਦਿਸ਼ਾ ਤੁਸੀਂ ਜਾਣਦੇ ਹੋ, ਮੈਂ ਕੀ ਕਹਾਂ। ਹੁਣ ਬੋਲਿਆ ਨਹੀਂ ਜਾਂਦਾ, ਚਾਅ ਇੰਨਾ ਏ, ਖੁਸ਼ੀ ਇੰਨੀ ਹੈ, ਆਨੰਦ ਇੰਨਾ ਏ, ਸਤਿਗੁਰੂ ਜੀ ਮੈਂ ਜੋ ਕਹਿਣਾ ਚਾਹੁੰਦਾ ਕਹਿ ਪਾ ਹੀ ਨਹੀਂ ਰਿਹਾ। ਸੁਭਾਵਿਕ ਗੱਲ ਹੈ, ਜਿੱਦਣ ਅਸੀਂ ਬਹੁਤੇ ਖੁਸ਼ ਹੋਈਏ ਨਾ ਹਾਸਾ ਹੀ ਆਈ ਜਾਂਦਾ ਹੈ, ਦੱਸੀ ਨਹੀਂ ਜਾਂਦਾ ਕੁਛ। ਤੇ ਜਿੱਦਣ ਬਹੁਤੇ ਦੁਖੀ ਹੋਈਏ ਲੋਕੀ ਕਹਿੰਦੇ ਦੱਸ ਬੋਲਤੇ ਸਹੀ, ਦੱਸਿਆ ਹੀ ਨਹੀਂ ਜਾਂਦਾ। ਕਿਉਂਕਿ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜੋ ਸ਼ਬਦਾਂ ਦੇ ਵਿੱਚ ਪਰੋਈਆਂ ਨਹੀਂ ਜਾਂਦੀਆਂ। ਬਹੁਤੀ ਖੁਸ਼ੀ ਹੋਵੇ ਤੇ ਬਹੁਤਾ ਗਮ ਨਹੀਂ ਬੋਲਿਆ ਜਾਂਦਾ। ਬਹੁਤਿਆਂ ਦੁੱਖਾਂ ਵਿੱਚ ਵੀ ਅੱਖਾਂ ਭਰ ਆਉਂਦੀਆਂ ਤੇ ਬਹੁਤੀ ਖੁਸ਼ੀ 'ਚ ਵੀ ਹੰਝੂ ਆ ਜਾਂਦੇ ਆ। ਹੰਝੂਆਂ ਨਾਲ ਸਵਾਗਤ ਕਰਦਾ ਹੈ ਪਾਤਸ਼ਾਹ, ਤੇਰੇ ਵਰਗਾ ਕੋਈ ਨਹੀਂ ਹੈ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਤੂੰ ਤੇ ਦਰਗਾਹ ਦਾ ਵਿਚੋਲਾ ਹੈ, ਵਸੀਠ ਨਾਮ ਹੈ ਵਕੀਲ ਦਾ, ਐਡਵੋਕੇਟ ਦਾ। ਦਰਗਾਹ ਦਾ ਵਿਚੋਲਾ ਸੱਚੇ ਪਾਤਸ਼ਾਹ ਤੂੰ, ਜਿਹੋ ਜਾ ਤੇਰੇ ਬਾਰੇ ਮਨਸੁਖ ਕੋਲੋਂ ਸੁਣਿਆ ਸੀ ਉਹੋ ਜਾ ਅੱਜ ਵੇਖ ਲਿਆ ਏ। ਹਸਨਾ ਮਨੀਖਾ ਤੁਮ ਹੈ ਪਛਾਨੋ, ਰਸਨਾ ਸਖਤ ਨਾ ਨੂਤ ਹੈ ਬਖਾਨੋ। ਕਹਿੰਦਾ ਮਹਾਰਾਜ ਇਹ ਨਹੀਂ ਵੀ ਮੇਰੀ ਬੁੱਧ ਨੇ ਮੇਰੀ ਮੱਤ ਨੇ ਤੁਹਾਨੂੰ ਪਛਾਣਿਆ ਨਹੀਂ, ਤੁਹਾਡੀ ਕਿਰਪਾ ਸਦਕਾ ਹੀ ਪਹਿਚਾਣਿਆ, ਨਹੀਂ ਤੇ ਮੇਰੀ ਮੱਤ ਭੌਰ ਦੀ ਭਰਮਦੀ ਫਿਰਦੀ ਸੀ। ਤੇ ਜੋ ਮੈਂ ਪਛਾਣਿਆ ਉਹ ਮੈਂ ਬੋਲ ਨਹੀਂ ਸਕਦਾ, ਕਹਿ ਨਹੀਂ ਸਕਦਾ ਤੇਰੇ ਬਾਰੇ, ਕਿਉਂਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਤੇਰੀ ਮਹਿਮਾ ਕੀ ਵਰਣਨ ਕਰਾਂ, ਤੂੰ ਤੇ ਵੱਡਾ ਸੁਆਮੀ ਹੈ, ਸ੍ਰਿਸ਼ਟੀ ਦਾ ਮਾਲਕ ਹੈ। ਕਹਿ ਇਉ ਤੀਨ ਪਰ ਦਖਨੀ ਕੀਨੀ, ਚਰਨ ਕਮਲ ਪਰ ਬੰਦਨ ਕੀਨੀ। ਇੰਨੇ ਬਚਨ ਕਹਿ ਕੇ ਰਾਜਾ ਸ਼ਿਵਨਾਭ ਉੱਠਿਆ। ਗੁਰੂ ਨਾਨਕ ਸਾਹਿਬ ਭਾਈ ਬਾਲਾ ਮਰਦਾਨਾ ਜੀ ਦੀਆਂ 3 ਪ੍ਰਕਰਮਾਂ ਕੀਤੀਆਂ ਤੇ 3 ਵਾਰ ਮੱਥਾ ਟੇਕਿਆ। ਪਹਿਲੀ ਪ੍ਰਕਰਮਾ ਕਰਕੇ ਨਮਸਕਾਰ ਕੀਤੀ, ਦੂਜੀ ਪ੍ਰਕਰਮਾ ਕੀਤੀ ਫਿਰ ਮੱਥਾ ਟੇਕਿਆ, ਤੀਜੀ ਪ੍ਰਕਰਮਾ ਕੀਤੀ ਫਿਰ ਉਹਨੇ ਸਤਿਗੁਰਾਂ ਨੂੰ ਸਜਦਾ ਕੀਤਾ। ਭਾਵ ਕੀ ਹੈ, ਤਨ ਕਰਕੇ ਇਹ ਤੇਰਾ ਹੈ, ਮਨ ਕਰਕੇ ਪਾਤਸ਼ਾਹ ਮਨ ਵੀ ਤੇਰਾ ਏ। ਤੀਜੀ ਪ੍ਰਕਰਮਾ ਧਨ ਕਰਕੇ ਰਾਜ ਭਾਗ ਦੌਲਤ ਸਾਜ ਵਾਜ ਵਿਭੂਤੀ ਪਦਾਰਥ ਸਭ ਕੁਝ ਤੇਰਾ ਹੈ। 3 ਪ੍ਰਕਰਮਾ ਕਰਕੇ ਡੰਡੇ ਵਾਂਗ ਸਤਿਗੁਰਾਂ ਦੇ ਚਰਨਾਂ ਤੇ ਡੰਡੌਤ ਕੀਤੀ, ਗੁਰੂ ਸਾਹਿਬ ਦੇ ਚਰਨਾਂ ਨੂੰ ਆਪਣੇ ਮੁਖ ਨਾਲ ਚੁੰਮਿਆ ਏ। ਸਰਬ ਭਾਂਤ ਮੁਝ ਦਾਸ ਜਨੀਜੈ, ਚਲ ਕਰ ਭਵਨ ਪਨੀਤ ਕਰੀਜੈ। ਸਾਹਿਬ ਜੀ ਨੇ ਥਾਪੜਾ ਦਿੱਤਾ ਰਾਜੇ ਨੂੰ ਕਿਤੇ ਨਾ ਕਿਤੇ ਅੰਦਰੋਂ ਧੀਰਜ ਮਿਲਿਆ। ਉੱਠ ਕੇ ਕਹਿੰਦਾ ਮਹਾਰਾਜ ਮੈਨੂੰ ਹਰ ਪ੍ਰਕਾਰ ਹਰ ਸਮੇਂ ਆਪਣਾ ਸੇਵਕ ਸਮਝਿਓ,
ਮਤ ਕਿਤੇ ਭੁਲੇਖਾ ਸਮਝਿਓ ਮੈਂ ਰਾਜਾ ਹਾਂ, ਸੇਵਕ ਹਾਂ ਤੁਹਾਡਾ, ਦਾਸ ਹਾਂ। ਕਿਰਪਾ ਕਰਕੇ ਮੇਰੇ ਮਹਿਲਾਂ ਨੂੰ ਜੋ ਆਪ ਜੀ ਦੇ ਹਨ, ਮੇਰਾ ਇੱਕ ਕਹਿਣ ਦਾ ਭਾਵ ਆ, ਹਉਮੈਵਾਚਕ ਨਹੀਂ ਹੈ। ਆਈ ਮੈਂ ਤੇ ਮੇਰਾ, ਇਹ ਸ਼ਬਦ ਥੋੜੀ ਮਾੜੇ ਆ। ਮੈਂ ਕਹਾਂ ਮੇਰਾ ਸਤਿਗੁਰ ਰਖਵਾਲਾ ਹੋਆ, ਫਿਰ ਮੇਰਾ ਤੇ ਹੰਕਾਰ ਦਾ ਸ਼ਬਦ ਆ, ਤੇ ਰੱਬ ਮੇਰਾ ਹੋ ਗਿਆ ਤੇ ਹੰਕਾਰ ਹੋ ਗਿਆ। ਨਹੀਂ, ਇਸ ਸ਼ਬਦ ਪਿੱਛੇ ਤੁਹਾਡੀ ਸੋਚ ਦਾ ਵਿਜ਼ਨ ਕੀ ਹੈ? ਉਹ ਹੰਕਾਰ ਹੈ। ਮੈਂ ਆਖਾਂ ਮੈਂ ਮੂਰਖ ਕੀ ਕੇਤਕ ਬਾਤ ਹੈ, ਮੈਂ ਤੇ ਆਈ ਤੇ ਹੰਕਾਰ ਹੈ ਜੀ। ਇੱਥੇ ਫਿਰ ਮੈਂ ਕਿਉਂ ਖੜੀ ਹੈ? ਇੱਥੇ ਮੈਂ ਦਾ ਭਾਵ ਹੰਕਾਰ ਨਹੀਂ, ਇੱਥੇ ਮੈਂ ਤੋਂ ਭਾਵ ਹੈ ਸਮਰਪਿਤ, ਕਿਉਂਕਿ ਇੱਥੇ ਹਉਮੈ ਨਹੀਂ ਬੋਲ ਰਹੀ। ਮੈਂ ਆਖਿਆ ਆਓ ਜੀ ਮੇਰੇ ਘਰ ਚਰਨ ਪਾਓ, ਇੱਕ ਪ੍ਰੇਮ ਦੀ ਗੱਲ ਹੈ ਨਾ। ਤਿੱਕ ਵਿਖਾਉਣਾ, ਮੇਰੀ ਕੋਠੀ ਬਹੁਤ ਵੱਡੀ, ਤੁਹਾਡਾ ਤੇ ਘਰ ਹੀ ਕੁਛ ਨਹੀਂ, ਮੇਰੇ ਘਰ ਆ ਵੀ ਲੱਗਿਆ, ਮੇਰੇ ਘਰ ਆ ਵੀ ਹੈਗਾ, ਉਹ ਤੇ ਹਉਮੈ ਆ ਨਾ। ਉਹ ਮੇਰਾ ਹੋਰ ਆ ਤੇ ਇਹ ਮੇਰਾ ਹੋਰ ਹੈ। ਇੱਥੇ ਤੇ ਸਿੱਖਾਂ ਨੇ, ਗੁਰਬਾਣੀ ਨੇ ਰੱਬ ਨੂੰ ਕਿਹਾ ਤੂੰ ਮੇਰਾ ਹੈ, ਤੂੰ ਮੇਰਾ ਬਹੁਮਾਨ ਕਰਤੇ, ਤੂੰ ਮੇਰਾ ਬਹੁਮਾਨ। ਰੱਬਾ ਤੂੰ ਮੇਰਾ ਇੰਨਾ ਮਾਣ ਸਨਮਾਨ ਕਰਦਾ, ਤੇ ਮੇਰਾ ਮਾਣ ਸਨਮਾਨ ਸਤਿਕਾਰ ਵੀ ਤੂੰ ਹੈ, ਮੇਰੀ ਇੱਜ਼ਤ ਅਣਖ ਆਬਰੂ ਵੀ ਤੂੰ ਹੈ। ਇੱਥੇ ਜਿਹੜਾ ਮੇਰਾ ਸ਼ਬਦ ਆ ਬੜੀ ਭਾਵਨਾ ਵਾਲਾ ਹੈ। ਕਹਿੰਦਾ ਮਹਾਰਾਜ ਮੇਰਿਆਂ ਮਹਿਲਾਂ ਦੇ ਵਿੱਚ ਆ ਕੇ ਆਪ ਜੀ ਚਰਨ ਪਾਓ, ਆਪ ਜੀਓ ਨਾਨੂੰ ਸਵੀਕਾਰ ਕਰੋ। ਪੂਰਬ ਧਰਮਸਾਲ ਬਨਵਾਵੋ, ਬੋਹਰ ਆਏ ਹਮਕੋ ਲੈ ਜਾਵੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹੀਂ, ਤੇਰੇ ਮਹਿਲਾਂ 'ਚ ਨਹੀਂ ਆਵਾਂਗੇ। ਅੱਖਾਂ ਭਰ ਆਈਆਂ। ਕਹਿੰਦਾ ਹਜ਼ੂਰ ਕਿਉਂ? ਸਤਿਗੁਰ ਕਹਿੰਦੇ ਪਹਿਲਾਂ ਆਪਣੇ ਮਹਿਲਾਂ ਦੇ ਵਿੱਚ ਧਰਮਸ਼ਾਲਾ ਬਣਵਾ। ਧਰਮਸ਼ਾਲ ਰੱਬ ਦਾ ਘਰ, ਜਿੱਥੇ ਬਹਿ ਕੇ ਸੰਗਤਾਂ ਸਤ ਸੰਗ ਕਰਨ। ਗੁਰੂ ਸਾਹਿਬ ਕਹਿੰਦੇ ਉਦੋਂ ਤੱਕ ਤੇਰੀਆਂ ਮਹਿਲਾਂ 'ਚ ਪੈਰ ਨਹੀਂ ਪਾਉਣਾ ਜਦੋਂ ਤੱਕ ਤੂੰ ਸੰਗਤ ਵਾਸਤੇ ਧਰਮਸ਼ਾਲਾ ਨਹੀਂ ਬਣਾਉਂਦਾ। ਧਰਮਸ਼ਾਲਾ ਬਣਾ ਕੇ ਸਾਨੂੰ ਦੱਸ ਦੇ, ਅਸੀਂ ਇੱਥੇ ਹੀ ਬੈਠੇ ਹਾਂ। ਉਹ ਮਹੀਨੇ 'ਚ ਬਣਾ ਲਾ, ਸਾਲ 'ਚ ਬਣਾ ਲਾ, ਹਫ਼ਤੇ 'ਚ ਬਣਾ ਲਾ, 2 ਘੰਟਿਆਂ 'ਚ ਬਣਾ ਲਾ। ਰਾਜਿਆਂ ਵਾਸਤੇ ਮਹਿਲ ਬਣਾਉਣੇ ਕਿੱਡੇ ਕੁ ਔਖੇ ਆ। ਰਾਜੇ ਮਹਾਰਾਜਿਆਂ ਦਾ ਜੀਵਨ ਪੜ੍ਹ ਕੇ ਵੇਖੋ, ਦੂਰ ਜੇ ਸਟਰਕਚਰ ਦੀ ਆਪਾਂ ਗੱਲ ਨਹੀਂ ਕਰਦੇ, ਹਿੰਦੁਸਤਾਨ ਵਿੱਚ ਹੀ ਵੇਖੋ ਇੱਦਾਂ ਦੇ ਵੀ ਕਿਲੇ ਨੇ ਜਿਹੜੇ ਇੱਕ ਇੱਕ ਰਾਤ ਵਿੱਚ ਤਿਆਰ ਹੋ ਗਏ। ਇੱਦਾਂ ਦੇ ਵੀ ਮਹਿਲ ਹਨ 8-8 ਘੰਟਿਆਂ 'ਚ ਬਣਾ ਕੇ ਖੜੇ ਕਰਤੇ। ਹਜ਼ਾਰਾਂ ਮਿਸਤਰੀ ਲਾਏ, ਹਜ਼ਾਰਾਂ ਲੇਬਰਾਂ, ਲੱਖਾਂ ਲੱਗੀਆਂ। ਕੀ ਨਹੀਂ ਹੁੰਦਾ? ਦੁਨੀਆ ਦੇ ਵਰਲਡ ਰਿਕਾਰਡ ਪਏ ਆ। ਵੱਡੀਆਂ ਤੋਂ ਵੱਡੀਆਂ ਬਿਲਡਿੰਗਾਂ ਚਾਈਨਾ ਅੱਜ ਵੀ ਬਣਾਉਂਦਾ, ਕਿਤੇ ਹਸਪੀਟਲ ਬਣਾਤਾ 24 ਘੰਟਿਆਂ 'ਚ, ਕਿਤੇ ਕੁਛ ਬਣਾਤੇ। ਹੈ ਕੀ ਹੈ? ਕੋਈ ਖਾਸ ਗੱਲ ਨਹੀਂ ਹੈ, ਮੈਕੈਨਿਜ਼ਮ ਦਾ ਕੰਮ ਹੈ। ਗੁਰੂ ਸਾਹਿਬ ਕਹਿੰਦੇ ਧਰਮਸ਼ਾਲਾ ਬਣਾ, ਲੈ ਜਾਈਂ ਸਾਨੂੰ, ਅਸੀਂ ਤੇਰੇ ਨਾਲ ਆਪ ਚੱਲਾਂਗੇ। ਹੁਣ ਕਰ ਭੂਪਤ ਸਦਨ ਸਿਧਾਇਓ, ਕਹਿਓ ਜੋ ਗੁਰ ਸੋ ਆਰੰਭ ਕਰਾਇਓ। ਸਤਿਗੁਰਾਂ ਦਾ ਹੁਕਮ ਮੰਨ ਕੇ ਰਾਜੇ ਨੇ ਨਮਸਕਾਰ ਕੀਤੀ। ਉਹਨੇ ਜਿੱਦ ਨਹੀਂ ਕੀਤੀ ਮਹਾਰਾਜ ਪਹਿਲਾਂ ਘਰੇ ਆਓ। ਜਦੋਂ ਉਹਨੇ ਕਹਿਤਾ ਵੀ ਤਨ ਵੀ ਤੁਹਾਡਾ, ਮਨ ਵੀ ਤੁਹਾਡਾ, ਧਨ ਵੀ ਤੁਹਾਡਾ, ਤੇ ਫਿਰ ਮਨ ਕੌਣ ਆ ਕਹਿਣ ਵਾਲਾ ਵੀ ਨਾਲ ਚੱਲ ਮੇਰੇ, ਤੇ ਮਨ ਕੌਣ ਆ ਕਹਿਣ ਵਾਲਾ ਮੇਰੇ ਮਹਿਲਾਂ 'ਚ ਆਓ ਜੀ ਤੁਹਾਡੇ ਆ। ਇਹ ਤੇ ਸੌਂਪ ਤਾ ਸਿੱਖ ਦਾ ਤੇ ਜੀਵਨ ਐਸਾ ਨਾ, ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨਿਐ ਪਾਈਐ। ਗੁਰੂ ਦਾ ਹੁਕਮ ਮੰਨੇਗਾ, ਪਹਿਲਾਂ ਗੁਰੂ ਨੂੰ ਤਨ ਸੌਂਪ, ਮਨ ਸੌਂਪ, ਧਨ ਸੌਂਪ। ਅਸੀਂ ਕਹਿੰਦੇ ਆ ਮਹਾਰਾਜ ਸਾਰਾ ਕੁਛ ਹੀ ਤੇਰਾ, ਘਰ ਤੇ ਲਿਖਾਈ ਫਿਰਦੇ, ਪੈਦਾਤ ਤੇਰੀ ਦਾ ਤਾਰ। ਕਿਸੇ ਗੁਰਸਿੱਖ ਨੂੰ ਘਰੇ ਨਹੀਂ ਵੜਨ ਦਈਦਾ, ਕਿਸੇ ਗਰੀਬ ਨੂੰ ਪਾਣੀ ਦਾ ਗਲਾਸ ਨਹੀਂ ਪਿਲਾਈਦਾ, ਤੇ ਕਹੀਦਾ ਰੱਬਾ ਤੇਰੀ ਕਿਰਪਾ। ਆ ਮਹਾਰਾਜ ਤੂੰ ਬੜੀ ਸੋਹਣੀ ਗੱਡੀ ਦਿੱਤੀ ਹੈ। ਤੇ ਜੇ ਕੋਈ ਗੁਰੂ ਘਰ ਦਾ ਪਾਠੀ ਗ੍ਰੰਥੀ ਕਹਦੇ ਬਾਬਾ ਜੀ ਭਾਈ ਸਾਹਿਬ ਮੈਨੂੰ, ਕਹਿੰਦਾ ਨਾ ਭਾਈ ਸਾਹਿਬ ਮੈਂ ਲੇਟ ਹੋ ਰਿਹਾ, ਟਾਈਮ ਨਹੀਂ। ਕੋਈ ਇਹੀ ਕਹਦੇ ਰੱਬ ਦਾ ਪਿਆਰਾ ਇੱਕ ਦਿਨ ਗੱਡੀ ਉਧਾਰੀ, ਕਹਿੰਦਾ ਨਾ ਨਾ ਬਾਬਾ ਜੀ ਕਾਗਜ਼ ਨਹੀਂ ਪੂਰੇ। ਤੂੰ ਤੇ ਕਹਿੰਦਾ ਸੀ ਰੱਬ ਦੀ ਦਾਤ ਆ ਇਹ, ਹਉਮੈ ਤੇ ਤੇਰੀ ਚੱਕੀ ਇਹਦੇ ਤੇ, ਤੂੰ ਤੇ ਖੜ ਨਹੀਂ ਦਿੰਦਾ ਕਿਸੇ ਨੂੰ ਕੋਲੇ, ਸਿਰਫ ਦਿਖਾਵਾ। ਪਰ ਜਿਹੜੇ ਸਮਰਪਿਤ ਨੇ ਉਹ ਕਹਿੰਦੇ ਤੁਹਾਡਾ ਹੀ ਆ ਸਾਰਾ ਕੁਛ। ਰੱਬ ਦਾ ਤੇ ਰੱਬ ਦੇ ਪਿਆਰਿਆਂ ਦਾ ਕੀ ਫਰਕ ਹੈ? ਕੁਛ ਵੰਡਿਆ ਹੋਇਆ। ਰਾਜੇ ਨੇ ਜੀ ਇੱਕ ਵੀ ਸਵਾਲ ਨਹੀਂ ਕੀਤਾ, ਮਹਾਰਾਜ ਪਹਿਲਾਂ ਮਹਿਲਾਂ 'ਚ ਆ ਜਾਓ ਜੀ, ਧਰਮਸ਼ਾਲਾ ਨੂੰ ਤੇ ਇੰਨਾ ਸਮਾਂ ਲੱਗੂਗਾ, ਕੀ ਪਤਾ ਕਿੰਨੀ ਦੇਰ 'ਚ ਬਣੇ। ਉਸੇ ਵੇਲੇ ਮੱਥਾ ਟੇਕ ਪੁੱਠੇ ਪੈਰ ਵਾਪਸ ਨਿਕਲੇ। ਰਾਜ ਮਹਿਲਾਂ 'ਚ ਆਇਆ, ਰਾਜ ਭਵਨ ਵਿੱਚ ਆਇਆ, ਆਪਣੇ ਮੰਤਰੀਆਂ ਨੂੰ ਕੋਲ ਬੁਲਾਇਆ ਏ। ਦੋਹਰਾ ਸ਼੍ਰੀ ਗੁਰ ਧਿਆਨ ਸੁਭਾਨ ਸਮ, ਜਿਦਾ ਕਮਲ ਬਿਗਸਾਏ, ਕਵਿਤਾ ਰਚੋ ਜਥਾ ਮਤੀ,
ਕਾਹੋ ਕਥਾ ਸੁਖਦਾਈ। ਮਹਾਕਵੀ ਭਾਈ ਸੰਤੋਖ ਸਿੰਘ ਆਖਦੇ ਨੇ, ਕਹਿੰਦੇ ਸਤਿਗੁਰਾਂ ਦਾ ਸਰੂਪ ਸੂਰਜ ਵਰਗਾ, ਮੇਰਾ ਹਿਰਦਾ ਕਮਲ ਫੁੱਲ ਵਰਗਾ ਹੈ। ਜਿਵੇਂ ਜਿਵੇਂ ਪ੍ਰਕਾਸ਼ ਗੁਰੂ ਸਾਹਿਬ ਦਾ ਆਏਗਾ, ਨਾਨਕ ਪ੍ਰਕਾਸ਼ ਉੱਤੇ, ਕਹਿੰਦੇ ਮੈਂ ਉਹ ਕਥਾ ਨੂੰ ਕਹਿ ਕੇ ਸੁਣਾਵਾਂਗਾ। ਇਸ ਗ੍ਰੰਥ ਨੂੰ ਇਸੇ ਕਰਕੇ ਕਿਹਾ ਜਾਂਦਾ ਸੂਰਜ ਪ੍ਰਕਾਸ਼, ਗੁਰਪ੍ਰਤਾਪ ਸੂਰਜ ਗ੍ਰੰਥ। ਜਿਵੇਂ ਸੂਰਜ ਦੀ ਰੌਸ਼ਨੀ ਹੈ, ਸੂਰਜ ਦੀਆਂ ਰਾਸਾਂ ਨੇ, ਜੇ ਰਾਸਾਂ ਨੇ ਤੇ ਤਾਈਓ ਸੰਗਰਾਂਦਾਂ ਨੇ। ਜਿਵੇਂ ਉਹ 12 ਰਾਸਾਂ ਚੋਂ ਨਿਕਲਦਾ ਆਉਂਦਾ ਜਾਂਦਾ ਹੈ, ਰੁੱਤਾਂ ਆਉਂਦੀਆਂ ਨੇ, ਇਸੇ ਤਰ੍ਹਾਂ ਇਸ ਗ੍ਰੰਥ ਵਿੱਚ ਰੁੱਤਾਂ ਵੀ ਨੇ, ਰਾਸਾਂ ਵੀ ਨੇ। ਆਪਾਂ ਹਰ ਰੁੱਤ ਦਾ ਜ਼ਿਕਰ ਕਰਦੇ ਆਉਣਾ ਹੈ। ਕਹਿੰਦੇ ਮੈਂ ਇਹ ਪਾਵਨ ਕਥਾ ਨੂੰ ਕਹਿਣ ਲੱਗਿਆ, ਉਹ ਰਾਜਾ ਸ਼ਿਵਨਾਭ ਸਤਿਗੁਰਾਂ ਦੇ ਪਿਆਰ ਵਿੱਚ ਭਿੱਜਿਆ ਹੋਇਆ ਆ ਕੇ ਉਹਨੇ ਆਪਣਿਆਂ ਮੰਤਰੀਆਂ ਸੰਤਰੀਆਂ ਨੂੰ ਇਕੱਠੇ ਕੀਤਾ, ਹੁਕਮ ਦਿੱਤਾ ਨਾਲ ਦੀ ਨਾਲ ਵੀ ਕੁਛ ਘੰਟਿਆਂ ਦੇ ਵਿੱਚ ਮੈਨੂੰ ਧਰਮਸ਼ਾਲਾ ਚਾਹੀਦੀ ਹੈ, ਆਪਣੀ ਮਹਿਲਾਂ ਦੀ ਹਦੂਦ ਵਿੱਚ, ਜੋ ਸਭ ਤੋਂ ਸੋਹਣੀ ਥਾਂ। ਉਹਦਾ ਭਾਵ ਕੀ ਸੀ? ਬਾਹਰ ਵੀ ਕਹਿ ਸਕਦੇ ਸੀ ਮਹਾਰਾਜ, ਜਿਵੇਂ ਅੱਜ ਕਹਿ ਦਿੰਦੇ ਪਿੰਡ ਤੋਂ ਬਾਹਰ ਥਾਂ ਦੇ ਦਿਓ ਜੀ ਗੁਰਦੁਆਰੇ ਨੂੰ, ਕਿਉਂਕਿ ਰੌਲਾ ਬੜਾ ਪੈਂਦਾ, ਆਵਾਜ਼ ਬੜੀ ਆਊਗੀ। ਨਹੀਂ, ਮਹਿਲਾਂ ਦੇ ਵਿੱਚ ਰੱਬ ਦਾ ਘਰ ਹੋਵੇ, ਸਾਡੇ ਘਰ ਦੇ ਵਿੱਚ ਹੋਵੇ, ਸਾਡੇ ਘਰ ਦੇ ਕਰੀਬ ਹੋਵੇ ਧਰਮਸ਼ਾਲਾ। ਮਹਾਰਾਜ ਨੇ ਇਸ ਕਰਕੇ ਕਈ ਰਾਜੇ ਨੂੰ ਇਹ ਨਾ ਲੱਗੇ ਮੈਂ ਰਾਜਾ, ਵੀ ਜਿਹੜੀ ਆਮ ਸੰਗਤ ਹੈ, ਆਮ ਲੋਕ ਹੈ, ਜਦੋਂ ਧਰਮਸ਼ਾਲਾ ਵਿੱਚ ਆਉਣਗੇ, ਧਰਮਸ਼ਾਲਾ ਮਹਿਲਾਂ 'ਚ ਹੋਏਗੀ, ਤੇ ਰਾਜੇ ਨੂੰ ਆਪਣੇ ਰਾਜ ਦੀ ਹਉਮੈ ਨਹੀਂ ਹੋਏਗੀ। ਉਹਨੂੰ ਇਹ ਹੋਣਾ ਚਾਹੀਦਾ ਵੀ ਇਹ ਧਰਮਸ਼ਾਲਾ ਦੀ ਕਿਰਪਾ ਕਰਕੇ ਹੀ ਮੇਰੇ ਰਾਜ ਮਹਿਲ ਨੇ, ਗੁਰੂ ਕਰਕੇ ਹੀ ਮੇਰਾ ਸਾਰਾ ਕੁਝ ਹੈ, ਮੇਰਾ ਆਪਣਾ ਵਜੂਦ ਕੋਈ ਨਹੀਂ। ਕਿੱਡੀ ਡੂੰਘੀ ਸੋਚ ਹੈ। ਸਤਿਗੁਰਾਂ ਦਾ ਬਚਨ ਮੰਨਿਆ ਜੀ, ਰਾਜੇ ਨੇ ਆਪਣੇ ਰਾਜ ਮਹਿਲ ਦੀਆਂ ਦੀਵਾਰਾਂ ਦੇ ਅੰਦਰ ਵੱਡੇ ਮਹਿਲ ਦੀ ਕੰਧ ਤੋੜ ਕੇ ਧਰਮਸ਼ਾਲਾ ਦਾ ਕਾਰਜ ਸ਼ੁਰੂ ਕਰਤਾ। ਲੱਖਾਂ ਮਜ਼ਦੂਰ, ਹਜ਼ਾਰਾਂ ਲੋਕ ਲਾਏ ਨੇ। ਕੁਝ ਘੰਟਿਆਂ ਦੇ ਵਿੱਚ ਹੁਕਮ ਹੋਇਆ ਧਰਮਸ਼ਾਲਾ ਤਿਆਰ ਹੋਵੇ। ਬਲ ਸੰਧਰਵਾਚ ਚੌਪਈ, ਬਹੁ ਲੋਕਣ ਬੁਲਵਾਏ ਪਵਾਲਾ, ਰਚੀ ਧਰਮਸਾਲ ਤਤਕਾਲਾ। ਭਾਈ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ, ਕਹਿੰਦੇ ਮਹਾਰਾਜ ਬੜਿਆਂ ਲੋਕਾਂ ਨੂੰ ਲਾ ਕੇ ਰਾਜੇ ਨੇ 24 ਘੰਟਿਆਂ 'ਚ ਧਰਮਸ਼ਾਲਾ ਬਣਾ ਦਿੱਤੀ। ਸਰਕਾਰ ਹੁੰਦੀ ਹੈ, ਸਰਕਾਰਾਂ ਚਾਹੁਣ ਨਾ, ਅੱਜ ਵੀ ਚਾਹੁਣ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣ, ਜੇ ਚਾਹੁਣ। ਦੁੱਖ ਤੇ ਇਹੀ ਹੈ ਵੀ ਚਾਹੁੰਦਾ ਕੋਈ ਨਹੀਂ। ਜੇ ਚਾਹਵੇ ਕੋਈ ਪਿੰਡ ਦਾ ਸਰਪੰਚ, ਕਿੰਨੇ ਪਿੰਡ ਨੇ ਅੱਜ ਮਾਡਲ ਬਣੇ ਸਾਡੇ ਪੰਜਾਬ ਦੇ ਵਿੱਚ, ਜਿੱਥੇ ਜਾ ਕੇ ਭੁਲੇਖਾ ਪੈਂਦਾ ਵੀ ਇਹ ਤੇ ਚੰਡੀਗੜ੍ਹ ਦੀਆਂ ਪਾਰਕਾਂ ਨੇ। ਇਹ ਤੇ ਇੱਦਾਂ ਲੱਗਦਾ ਜਿਵੇਂ ਇੰਗਲੈਂਡ ਦੇ ਵਿੱਚ ਆਏ ਹੋਏ ਆ। ਪਿੰਡ ਇੰਨੇ ਸੋਹਣੇ ਬਣਾਏ, ਗੱਲ ਤੇ ਚਾਹੁਣ ਦੀ ਹੈ। ਜੇ ਚਾਹੇ ਮਨੁੱਖ ਤੇ ਕੀ ਨਹੀਂ ਹੋ ਸਕਦਾ। ਰਾਜੇ ਨੇ ਚਾਹਿਆ, ਰਾਜੇ ਨੇ ਹੁਕਮ ਕੀਤਾ, ਕਹਿੰਦੇ ਕੁਛ ਘੰਟਿਆਂ ਦੇ ਵਿੱਚ ਹੀ ਪਹਿਲੀ ਮੰਜ਼ਲ ਤਿਆਰ ਕੀਤੀ ਗਈ। ਬੜਾ ਸੋਹਣਾ ਚੂਨਾ ਪੱਥਰ ਲਾ ਕੇ, ਸੁਗੰਧੀਆਂ ਲਾ ਕੇ ਧਰਮਸ਼ਾਲਾ ਤਿਆਰ ਕਰ ਦਿੱਤੀ ਗਈ। ਬਹੁਤ ਵੱਡਾ ਹਾਲ ਬਣਾਇਆ, ਜਿਸ ਹਾਲ ਦੇ ਵਿੱਚ ਗੁਰੂ ਸਾਹਿਬ ਨੇ ਬੈਠਣਾ ਤੇ ਸੰਗਤ ਨੇ ਬੈਠਣਾ, ਜਿੱਥੇ ਰੱਬ ਦੇ ਗੁਣ ਗਾਏ ਜਾਣ। ਇਹ ਧਰਮਸ਼ਾਲਾ ਬਣਾ ਕਰਕੇ ਰਾਜੇ ਨੇ ਸੋਚਿਆ ਮੈਂ ਗੁਰੂ ਸਾਹਿਬ ਨੂੰ ਛੇਤੀ ਜਾ ਕੇ ਪਿਆਰ ਦਾ ਸੱਦਾ ਦੇਵਾਂ। ਮ੍ਰਿਗ ਮਦ ਚੰਦਨ ਅਗਰ ਕਪੂਰਾ, ਕੀਨ ਸੋਲੇਪਨ ਤਾਂ ਸੋਰੂਰਾ। ਬਣਾ ਕਰਕੇ ਇਹ ਧਰਮਸ਼ਾਲਾ ਕਿਤੇ ਚੂਨੇ ਪੱਥਰ ਦੀ ਸਮੈਲ ਨਾ ਆਵੇ। ਰਾਜੇ ਨੇ ਕਪੂਰ, ਚੰਦਨ, ਕਸਤੂਰੀ, ਇਹਨਾਂ ਚੀਜ਼ਾਂ ਦੀ ਚਨਾਈ ਕੀਤੀ ਹੈ। ਛਿੜਕੇ ਗਏ ਆ, ਛਿੜਕਾਵ ਕੀਤਾ, ਪੋਚੇ ਲਾਏ ਗਏ ਹਰ ਪਾਸੇ, ਤਾਂ ਜੋ ਇੱਕ ਦਰਵਾਜ਼ੇ ਤੋਂ ਹਵਾ ਆਵੇ ਵਿੰਡੋਆਂ ਦੇ ਵਿੱਚੋਂ ਤੇ ਮਹਿਕਾਂ ਉੱਠਣ। ਧਾਰਮਿਕ ਸਥਾਨ ਹਰ ਵੇਲੇ ਮਹਿਕਦੇ ਆ। ਕਿਸੇ ਧਾਰਮਿਕ ਸਥਾਨ 'ਤੇ ਜਾਓ, ਧੂਫਾਂ ਦੀ ਖੁਸ਼ਬੂ, ਇਤਰ ਫਲੇਲਾਂ ਦੀ ਖੁਸ਼ਬੂ ਕਿਉਂ ਹੈ? ਕਿਉਂਕਿ ਜਿਹੜਾ ਸੈਂਟ ਆ ਨਾ, ਖੁਸ਼ਬੂ ਹੈ, ਇਹ ਤੁਹਾਡੇ ਦਿਮਾਗ 'ਤੇ ਅਸਰ ਕਰਦੀ ਹੈ, ਅਫੈਕਟ ਕਰਦੀ ਹੈ। ਕਿਸੇ ਤਾਂਤਰਿਕ ਕੋਲ ਜਾਓਗੇ, ਗੂਗਲ ਦੀਆਂ ਧੂਫਾਂ ਲਾਈ ਫਿਰਦਾ, ਜੋ ਕਹੇਗਾ ਉਹੀ ਚੰਗਾ ਲੱਗੀ ਜਾਂਦਾ ਹੈ। ਕਦੇ ਕਿਸੇ ਫਰੂਟ ਵਾਲੀ ਦੁਕਾਨ 'ਤੇ ਜਾਓ, ਵਧੀਆ ਫਰੂਟ ਪਏ, ਉਹਨੇ ਏਡੀ ਮੋਟੀ ਧੂਫ ਲਾਈ ਹੋਣੀ, ਉਹਦਾ ਕਾਰਨ ਕੀ ਹੈ? ਕਦੇ ਸਮਝਿਆ? ਸਾਨੂੰ ਲੱਗਦਾ ਮੱਖੀਆਂ ਡਾਉਣ ਨੂੰ ਲਾਈ, ਚਲੋ ਤੇ ਇੱਕ ਦੁਨਿਆਵੀ ਗੱਲ ਹੈ। ਜਿਸ ਵੇਲੇ ਗੂਗਲ ਦੀ ਧੂਫ ਲੱਗਦੀ, ਸਾਹਮਣੇ ਪਏ ਹੋਏ ਸੇਬ ਵੀ ਵੱਡੇ ਵੱਡੇ ਲੱਗਦੇ ਆ, ਤੇ ਜਿਹੜਾ ਰੇਟ ਉਹਨੇ ਕਹਿਤਾ ਸੀ ਨਾ ਪਾ ਦੇ, ਉਹ ਹੀ ਬਹੁਤ ਸੋਹਣੇ ਆ। ਕਿਉਂ? ਕਿਉਂਕਿ ਉਸ ਮਹਿਕ ਦੀ ਕਲਾਕਾਰੀ ਹੈ, ਉਸ ਖੁਸ਼ਬੂ ਦੀ ਕਲਾਕਾਰੀ ਹੈ। ਇਹੀ ਕਾਰਨ ਹੈ ਵੱਡੇ ਵੱਡੇ ਮਾਲ ਵਿੱਚ ਜਾਓਗੇ, ਵੱਡਿਆਂ ਲੋਕਾਂ ਦੀਆਂ ਗੱਡੀਆਂ 'ਚ ਬੈਠੋਗੇ, ਤਰਫਲੇਲ ਲੱਗਾ ਬੈਠਣ ਸਾਰ ਬੰਦੇ ਦੀ ਮੱਤ ਬਦਲ ਜਾਂਦੀ ਹੈ। ਖੁਸ਼ਬੂ ਤੁਹਾਡਾ ਸਟੈਂਡਰਡ ਮੇਨਟੇਨ ਕਰਦੀ, ਤਾਈਓ ਲੋਕ ਇਤਰ ਫਲੇਲ ਲਾਉਂਦੇ ਪੁਰਾਣੇ ਸਮੇਂ ਵਿੱਚ ਵੀ ਤੇ ਅੱਜ ਵੀ।
ਲੋਕੀ ਕਿਉਂ ਮਹਿੰਗਾ ਮਹਿੰਗਾ ਸੈਂਟ ਲਾਉਂਦੇ ਆ, 20 ਹਜ਼ਾਰ ਦੀ ਛੋਟੀ ਜੀ ਬੋਤਲ ਆਉਂਦੀ ਕਿਉਂ ਲਾਈ ਫਿਰਦੇ, ਪਤਾ ਲੱਗੇ ਮੇਰਾ ਸਟੈਂਡਰਡ ਕੀ ਹੈ। ਤੇ ਮੇਰੇ ਵਰਗਾ 100 ਰੁਪਏ ਵਾਲੀ ਲਾ ਕੇ ਖੁਸ਼ ਹੋਇਆ ਫਿਰਦਾ, ਲੈ ਖੁਸ਼ਬੂ ਲਾਈ, ਉਹ ਪਤਾ ਲੱਗਦਾ ਕੀ ਲਾਈ ਫਿਰਦਾ। ਭਾਵ ਜੋ ਇਹ ਚੀਜ਼ਾਂ ਨੇ, ਜੋ ਇਹ ਮਹਿਕਾਂ ਨੇ ਨਾ, ਇਹ ਤੁਹਾਡੀ ਸੋਚ ਦਾ ਲੈਵਲ ਦੱਸਦੀਆਂ ਤੁਸੀਂ ਕਿੱਥੇ ਖੜੇ ਹੋ। ਧਾਰਮਿਕ ਅਸਥਾਨਾਂ ਤੇ ਮੰਦਰਾਂ ਤੇ ਜਾਓਗੇ, ਕਿਸੇ ਥਾਂ ਤੇ ਜਾਓਗੇ, ਉੱਥੇ ਤੁਹਾਨੂੰ ਸੁਗੰਧੀਆਂ ਮਿਲਣਗੀਆਂ, ਕਿਉਂਕਿ ਜਿਹੋ ਜੀ ਸੁਗੰਧੀ ਹੋਏਗੀ ਤੁਹਾਡੇ ਮਨ ਨੂੰ ਖਿੱਚੇਗੀ। ਗੁਰੂ ਘਰ ਆ ਕੇ ਤੁਸੀਂ ਸੁਗੰਧੀ ਵੇਖੋਗੇ, ਤੁਹਾਡਾ ਜੀ ਕਰਦਾ ਮੈਂ ਬੰਦਗੀ ਕਰ ਲਾਂ, ਮੈਂ ਨਾਮ ਜਪ ਲਾਂ। ਤੇ ਜਦੋਂ ਕਿਤੇ ਕਿਸੇ ਬੇਕਾਰੀ ਬੰਦੇ ਕੋਲ ਜਾਓਗੇ, ਉਹਨੇ ਉਹੋ ਜਿਹਾ ਪਰਫਿਊਮ ਲਾਇਆ ਹੈ, ਕਹਿੰਦੇ ਮਨ ਭਟਕੀ ਜਾਂਦਾ, ਹਾਏ ਕਿੰਨੀ ਸੋਹਣੀ ਖੁਸ਼ਬੂ ਲਾਈ ਹੈ, ਇਹਦੀ ਤੇ ਚਾਲ ਹੀ ਬੜੀ ਸੋਹਣੀ ਤੇ ਸੋਹਣਾ ਹੀ ਬੜਾ ਲੱਗਦਾ ਹੈ। ਖਿਆਲ ਬਦਲ ਗਏ ਨਾ ਕਿਤੇ ਖੁਸ਼ਬੂ ਤੁਹਾਨੂੰ ਅਟਰੈਕਟ ਕਰਦੀ ਹੈ। ਉਸ ਵੇਲੇ ਰਾਜੇ ਨੇ ਇਤਰ, ਫਲੇਲ, ਕਸਤੂਰੀ, ਚੰਦਨ ਲੀ ਪਿਆ ਵੈ ਚਾਓ, ਕਹਿੰਦੇ ਸਾਰਾ ਕੁਝ ਲਿਪ ਕੇ ਲੱਬਾ ਲੱਭ ਭਰ ਦਿੱਤਾ। ਠੰਡੀਆਂ ਠੰਡੀਆਂ ਹਵਾਵਾਂ ਸਮੁੰਦਰਾਂ ਦੇ ਕੰਢਿਆਂ ਤੋਂ ਆਉਂਦੀਆਂ ਨੇ, ਇਸ ਸੋਹਣੀ ਧਰਮਸ਼ਾਲਾ ਦੇ ਵਿੱਚ ਮਹਿਕਾਂ ਬਖੇਰਦੀਆਂ ਹਨ। ਬਹੁਤ ਸੁੰਦਰ ਤਹ ਦਰ ਬਣਵਾਏ, ਭਾਂਤ ਅਨੇਕ ਵਿਛੋਣਾ ਛਾਏ। 4 ਦਰਵਾਜ਼ੇ ਬਹੁਤ ਵੱਡੇ ਰੱਖੇ ਤੇ ਆਸੇ-ਪਾਸੇ ਵਿੰਡੋਆਂ ਰੱਖੀਆਂ ਜੀ, ਖਿੜਕੀਆਂ। ਪੁਰਾਣੇ ਸਮੇਂ ਦੇ ਲੋਕਾਂ ਨੂੰ ਅੱਜ ਵੀ ਵੇਖਿਓ, ਕੋਠੇ ਤੇ ਇੱਕ ਚੁਬਾਰਾ ਹੁੰਦਾ ਸੀ, ਉਹਦੇ ਚਾਰੇ ਪਾਸੇ ਦਰਵਾਜ਼ੇ ਤੇ ਵਿੰਡੋਆਂ, ਖੁੱਲੇ ਹਵਾ ਹਾਰੇ। ਪੁਰਾਣੇ ਮਹਿਲਾਂ ਨੂੰ ਵੇਖ ਲਓ, ਹਵੇਲੀਆਂ ਵੇਖ ਲਓ, ਕਿਲੇ ਵੇਖ ਲਓ। ਟੈਕਨੀਕ ਉਹਨਾਂ ਲੋਕਾਂ ਦੀ ਐਸੀ ਹੁੰਦੀ ਸੀ, ਹਵਾ ਇੱਕ ਪਾਸੇ ਤੋਂ ਆਉਂਦੀ ਸੀ, ਪੱਖੇ ਦੀ ਲੋੜ ਨਹੀਂ ਸੀ, ਉਦੋਂ ਹੁੰਦਾ ਹੀ ਨਹੀਂ ਸੀ ਪੱਖੇ। ਅੱਜ ਤੇ ਕੋਠੀਆਂ 'ਚ ਏਸੀ ਲਾ ਕੇ, ਪੱਖਾ ਲਾ ਕੇ ਵੀ ਗਰਮੀ ਲੱਗਦੀ, ਕਿਉਂਕਿ ਅਸੀਂ ਖੁੱਡੇ ਬਣਾਏ ਹੋਏ ਆਲਣੇ, ਨਾ ਇੱਧਰੋਂ ਹਵਾ ਕ੍ਰਾਸ ਹੋਵੇ ਨਾ ਉੱਧਰੋਂ ਹੋਵੇ, ਤੇ ਬੰਦੇ ਨੇ ਫਿਰ ਪਰੇਸ਼ਾਨ ਹੀ ਹੋਣਾ ਜਦੋਂ ਫਰੈਸ਼ ਹਵਾ ਨਹੀਂ ਮਿਲਣੀ, ਫਰੈਸ਼ ਏਅਰ ਨਹੀਂ ਮਿਲਣੀ, ਤੇ ਉਹਨੇ ਮਾਨਸਿਕ ਤੌਰ ਤੇ ਬਿਮਾਰ ਰਹਿਣਾ। ਹੁਣ ਉਸ ਧਰਮਸ਼ਾਲਾ ਵਿੱਚ 4 ਦਰਵਾਜ਼ੇ ਰੱਖੇ ਆ ਤੇ ਖਿੜਕੀਆਂ ਰੱਖੀਆਂ ਨੇ ਹਵਾ ਹਾਰੇ, ਤਾਂ ਜੋ ਬੈਠੇ ਤਾਜ਼ਗੀ ਮਹਿਸੂਸ ਕਰਨ। ਸੁਭਾਵਿਕ ਗੱਲ ਹੈ, ਤੁਸੀਂ ਕਿਸੇ ਕਮਰੇ 'ਚ, ਕਿਸੇ ਮੰਦਰ ਮਸਜਿਦ 'ਚ ਬਹਿ ਜਾਓ, ਹਵਾ ਨਾ ਲੱਗਦੀ ਹੋਵੇ, ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਣੀ, ਸੌਣ ਲੱਗ ਜਾਓਗੇ। ਤੇ ਜਿੱਥੇ ਹਵਾ ਲੱਗਦੀ ਹੋਵੇ ਉੱਥੇ ਨੀਂਦ ਨਹੀਂ ਆਉਂਦੀ, ਨੀਂਦ ਵੀ ਉੱਡ ਜਾਂਦੀ ਹੈ। ਇਸੇ ਕਰਕੇ ਧਰਮਸ਼ਾਲਾ ਬਣਾਈਆਂ ਜਾਂਦੀਆਂ ਸੀ ਖੁੱਲੀਆਂ ਡੁੱਲੀਆਂ, ਤਾਂ ਜੋ ਇੱਥੇ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਰੱਬ ਦੀ ਭੇਜੀ ਹਵਾ ਦੀ ਮਹਿਕ ਲੈ ਸਕਣ, ਤੇ ਉਹ ਮਹਿਕਾਂ ਘੁਲਦੀਆਂ ਰਹਿਣ ਸਾਹਾਂ ਦੇ ਵਿੱਚ। ਕਹਿੰਦੇ ਬੜੇ ਪਿਆਰ 'ਚ ਸਭ ਕੁਝ ਬਣਾ ਕੇ ਮਹਿੰਗੇ ਮਹਿੰਗੇ ਗਲੀਚੇ ਧਰਤੀ ਤੇ ਵਿਛਾਏ ਹਨ। ਸਰਬ ਗੁਲਾਬ ਕੀਨ ਸ਼ਿਰਕਾਵਾ, ਬਹੁ ਸੁਗੰਧ ਜਾਂ ਮਹਿਕਾਵਾ। ਐਡੀ ਵੱਡੀ ਸ਼ਰਧਾ ਸੀ ਰਾਜੇ ਸ਼ਿਵਨਾਭ ਦੀ। ਕਹਿੰਦੇ ਜੀ ਸੋਹਣੇ ਸੋਹਣੇ ਗਲੀਚੇ, ਹੁਣ ਗਲੀਚੇ ਕਿੰਨੇ ਮਹਿੰਗੇ ਹੁੰਦੇ ਆ ਜੀ, ਲੱਖਾਂ ਰੁਪਏ ਦੇ ਗਲੀਚੇ ਆ। ਕਹਿੰਦੇ ਉਹਨਾਂ ਗਲੀਚਿਆਂ ਦੇ ਉੱਤੇ ਗੁਲਾਬ ਦੇ ਫੁੱਲ ਤੋੜ ਕੇ ਮਾਲੀਆਂ ਨੇ ਫਰੈਸ਼ ਤੋੜੇ, ਘੱਟੋ ਘੱਟ 2-2, 4-4 ਇੰਚ ਫੁੱਲ ਹੀ ਸੁੱਟ ਦਿੱਤੇ, ਜਿਵੇਂ ਫੁੱਲਾਂ ਦੇ ਗੱਦੇ ਹੋਣ, ਤਾਂ ਜੋ ਸੰਗਤਾਂ ਦੇ ਚਰਨ ਪੈਣ, ਗੁਰੂ ਸਾਹਿਬ ਦੇ ਚਰਨ ਪੈਣ, ਮਹਿਕਾਂ ਉੱਠਣ, ਇਹ ਫੁੱਲਾਂ ਦੀ ਸੇਜ ਲੱਗੇ। ਕਿਉਂਕਿ ਰਾਜੇ ਆਪ ਫੁੱਲਾਂ ਦੀ ਸੇਜਾਂ ਤੇ ਸੌਂਦੇ ਸੀ, ਤੇ ਗੁਰੂ ਸਾਹਿਬ ਆਏ ਆ, ਪਰਮਾਤਮਾ ਆਏ ਨੇ। ਕਹਿੰਦੇ ਜੀ ਉਹਨੇ ਬੜੀ ਸੋਹਣੀ ਵਿਛਾਈ ਕੀਤੀ ਫੁੱਲਾਂ ਦੀ, ਬਗੀਚਿਆਂ ਗਲੀਚਿਆਂ ਦੇ ਉੱਤੇ ਫੁੱਲ ਵਿਛਾਏ ਹੋਏ ਗੁਲਾਬ ਦੇ, ਗੁਲਾਬ ਦੀਆਂ ਪੱਤੀਆਂ ਪਿਆਰ ਦੀਆਂ ਮਹਿਕਾਂ ਬਖੇਰਦੀਆਂ ਹਨ। ਤਾਂ ਮਹਿ ਏਕ ਪਰਜੰਕੜ ਸਾਇਓ, ਉੱਪਰ ਉਚਰ ਵਿਛੋਣ ਵਿਛਾਇਓ। ਹੁਣ ਸਾਰੀ ਧਰਮਸ਼ਾਲਾ ਹੇਠਾਂ ਤੋਂ ਫੁੱਲਾਂ ਨਾਲ ਭਰੀ ਗਈ ਹੈ, ਜਿਵੇਂ ਇੱਕ ਹਾਲ ਹੋਵੇ ਬਹੁਤ ਵੱਡਾ। ਕਹਿੰਦੇ ਉਸ ਹਾਲ ਦੇ ਵਿੱਚ ਸਾਹਮਣੇ ਥਾਂ ਤੇ ਇੱਕ ਸੋਨੇ ਦਾ ਪਲੰਘਾ ਲਾਇਆ, ਚੰਦਨ ਤੇ ਸੋਨੇ ਦਾ ਬਣਿਆ। ਉਸ ਪਲੰਘੇ ਦੇ ਆਸੇ-ਪਾਸੇ ਕਲਾਕਾਰੀਆਂ ਕੀਤੀਆਂ ਨੇ, ਫੁੱਲਾਂ ਦੇ ਗੋਛੇ ਲਟਕਦੇ ਆ, ਤੇ ਗੁਰੂ ਸਾਹਿਬ ਦੇ ਵਾਸਤੇ ਕਹਿੰਦੇ ਉਹਦੇ ਤੇ ਬੜੀਆਂ ਸੋਹਣੀਆਂ ਤਲਾਈਆਂ ਵਿਛਾਈਆਂ ਹੋਈਆਂ ਰੀਝਾਂ ਨਾਲ, ਕਿਉਂਕਿ ਸਤਿਗੁਰ ਜਾਨ ਤੋਂ ਵੱਧ ਪਿਆਰੇ ਨੇ। ਆਪਣੇ ਗੁਰੂ ਨੂੰ ਸਿੱਖ ਇੰਨਾ ਪਿਆਰ ਕਰਦਾ ਵੀ ਮੈਂ ਜੋ ਹੈ ਮੇਰੇ ਕੋਲ, ਮੈਂ ਆਪਣੇ ਤੋਂ ਵੱਧ ਕੀਮਤੀ ਚੀਜ਼ਾਂ ਆਪਣੇ ਸੱਜਣ ਨੂੰ ਦਿਆਂ। ਪਿਆਰ ਦੀ ਨਿਸ਼ਾਨੀ ਤੇ ਹੀ ਹੈ ਨਾ, ਵੀ ਜਿਹਨੂੰ ਅਸੀਂ ਪ੍ਰੇਮ ਕਰਦੇ ਹਾਂ, ਸੋਚਦੇ ਇਹਨੂੰ ਮਹਿੰਗੇ ਮਹਿੰਗੇ ਤੋਹਫੇ ਦੇ ਦਿਆਂ, ਮਹਿੰਗੀਆਂ ਮਹਿੰਗੀਆਂ ਚੀਜ਼ਾਂ ਦੇ ਦਿਆਂ। ਰਾਜੇ ਨੇ ਸਭ ਤੋਂ ਵੱਧ ਜੋ ਤੋਸ਼ੇਖਾਨੇ ਵਿੱਚ ਪਏ ਮਹਿੰਗੇ ਵਸਤਰ ਸੀ ਨਾ, ਉਸ ਪਲੰਘੇ ਤੇ ਲਾਤੇ। ਭਾਵਨਾ ਕੀ ਹੈ, ਮੇਰੇ ਸਾਹਿਬ ਗੁਰੂ ਨਾਨਕ ਜੀ ਇੱਥੇ ਆਪ ਬੈਠਣਗੇ, ਆਪ ਬਰਾਜਣਗੇ। ਹੇਠਾਂ ਇੱਕ ਛੋਟੀ ਜੀ ਚੰਦਨ ਦੀ ਚੌਂਕੀ ਲਾਤੀ, ਵੀ ਗੁਰੂ ਸਾਹਿਬ ਜਦੋਂ ਪਲੰਘੇ ਤੇ ਬਹਿਣਗੇ ਚਰਨ ਚੌਂਕੀ ਤੇ ਰੱਖਣਗੇ। ਤੇ ਰਾਜੇ ਨੇ ਕਿੱਥੇ ਬਹਿਣਾ ਜੀ, ਰਾਜਾ ਬੈਠੂ ਸੰਗਤ ਦੇ ਵਿੱਚ। ਐਡੀ ਵੱਡੀ ਸ਼ਰਧਾ, ਐਡੀ ਵੱਡੀ ਭਾਵਨਾ। ਮਾਫ ਕਰਿਓ, ਅੱਜ ਸਾਡੇ 'ਚੋਂ ਸ਼ਰਧਾ ਦਾ ਕਨਸੈਪਟ ਉੱਡਦਾ ਜਾਂਦਾ ਹੈ।
ਕੋਈ ਧੂਫ ਲਾਏ ਅਸੀਂ ਉਹਨੂੰ ਪਖੰਡ ਦੱਸੀ ਜਾਂਦੇ ਆ, ਕੋਈ ਜੋਤ ਲਾਉਂਦਾ ਉਹਨੂੰ ਪਖੰਡ ਦੱਸਦੇ ਆ, ਕੋਈ ਨਾਰੀਅਲ ਲੈ ਕੇ ਅਖੰਡ ਪਾਠ ਸਾਹਿਬ ਤੇ ਰੱਖੇ ਉਹ ਵੀ ਪਖੰਡ ਹੈ। ਤੇ ਫਿਰ ਸਾਡੇ ਕੋਲ ਹੈ ਹੋਰ ਕੀ ਹੈ? ਫਿਰ ਸਾਡਾ ਧਰਮ ਸਾਇੰਸ ਨਾਲ ਚੱਲੂਗਾ ਜੀ ਜਾਂ ਬਿਜਲੀ ਨਾਲ ਚੱਲੂਗਾ? ਕਿਹੜੀ ਦੁਨੀਆ 'ਚ ਤੁਰੇ ਫਿਰਦੇ ਆ? ਕਿਤੇ ਨਾ ਕਿਤੇ ਚੀਜ਼ਾਂ ਅਫੈਕਟ ਕਰਦੀਆਂ ਨੇ, ਸੁਭਾਵਿਕ ਕਰਦੀਆਂ ਨੇ। ਲੋ ਤੁਸੀਂ ਰਸਤੇ 'ਚ ਇੱਕ ਨਾਰੀਅਲ ਤੇ ਲਾਲ ਕੱਪੜਾ ਤੇ ਖੰਮਣੀ ਲਪੇਟ ਕੇ ਚੌਂਕ 'ਚ ਰੱਖ ਦਿਓ, ਮੈਂ ਕਹਿੰਦਾ ਵੱਡੇ ਵੱਡੇ ਜਿਹੜੇ ਕਹਿੰਦੇ ਰੱਬ ਨੂੰ ਨਹੀਂ ਮੰਨਦੇ ਉਹ ਵੀ ਡਰਦੇ ਫਿਰਦੇ ਆ। ਹੈ ਕੀ ਹੈ? ਹੈ ਤੇ ਨਾਰੀਅਲ ਹੀ ਹੈ। 50 70 80 ਦਾ ਹੋਊਗਾ, ਡਰ ਕਿੱਡਾ ਵੱਡਾ ਉਹਦਾ, ਮੰਨਦੇ ਹੋ? 4 ਲੱਡੂ ਸੰਧੂਰ ਲਾ ਕੇ ਕਿਸੇ ਗਵਾਂਢੀ ਦੇ ਦਰਵਾਜ਼ੇ 'ਚ ਰੱਖ ਦਿਓ, ਜਿਹੜਾ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ, ਲੈ ਮੈਂ ਸਾਇੰਸ ਨੂੰ ਮੰਨਦਾ, ਸਵੇਰੇ ਸਵੇਰੇ ਉਹ ਵੀ ਡਰ ਕੇ ਉਹ ਕਹਿੰਦਾ ਵੇਖੀ ਉਹ ਪਤਾ ਨਹੀਂ ਕਿਹਨੇ ਕੀ ਰੱਖਦਾ। ਉਹ 20 ਰੁਪਏ ਦੇ ਲੱਡੂਆਂ ਦਾ ਕਿੱਡਾ ਡਰਾਬਾ, ਆਖੋ ਸਤਨਾਮ। ਕੁਛ ਤੇ ਹੈ। ਉੱਦਾਂ 20 ਲੱਡੂ ਖਾ ਜਾਈਦੇ ਬੈਠੇ ਆ। ਮਤਲਬ ਪ੍ਰਭਾਵ ਹਰ ਚੀਜ਼ ਦਾ ਹੈ, ਨੈਗੇਟਿਵ ਦਾ ਪੋਜ਼ਿਟਿਵ। ਰਾਜੇ ਨੇ ਬੜਾ ਸੋਹਣਾ ਸਭ ਕੁਝ ਬਣਾ ਕੇ ਕਹਿੰਦੇ ਸੋਹਣੇ ਜਿਹੇ ਵਸਤਰ ਪਾ ਲਏ ਸਾਦਗੀ ਵਾਲੇ, ਵੀ ਮੈਂ ਹੁਣ ਗੁਰੂ ਸਾਹਿਬ ਨੂੰ ਲੈਣ ਜਾਣਾ। ਆਪਣੀਆਂ ਰਾਣੀਆਂ ਨੂੰ ਹੁਕਮ ਲਾਇਆ ਵੀ ਨਾਲ ਚੱਲੋ, ਇੱਕ ਪਾਲਕੀ 'ਚ ਸਾਹਿਬਾਂ ਨੂੰ ਬਿਠਾ ਕੇ ਲੈ ਕੇ ਆਵਾਂਗੇ, ਪਾਲਕੀ 'ਚ ਪਰਿਵਾਰ ਸਮੇਤ। ਉਹ ਕਿੰਨਾ ਸੋਹਣਾ ਮਾਹੌਲ ਹੋਣਾ ਜਦੋਂ ਗੁਰੂ ਸਾਹਿਬ ਨੂੰ ਸਾਰੇ ਲੈਣ ਚੱਲੇ ਹੋਣਗੇ। ਕਿੰਨਾ ਉਤਸ਼ਾਹ ਹੋਊ ਸੰਗਲਾਦੀਪ ਦੇ ਰਾਜੇ ਤੇ ਉਹਦੀਆਂ ਰਾਣੀਆਂ, ਉਹਦੇ ਪਰਿਵਾਰ, ਉਹਦੀ ਫੌਜਾਂ ਦੇ ਵਿੱਚ। ਕਹਿੰਦੇ ਸਾਰੇ ਸੇਵਕ ਬਣੇ ਹੋਏ ਹਨ। ਅਸ ਪ੍ਰਕਾਰ ਕੀ ਰਚਨਾ ਕਰਕੇ, ਗਮਨਿਓ ਭੂਪ ਭਾਓ ਔਰ ਧਰ ਕੇ। ਬੜੇ ਪ੍ਰੇਮ ਦੇ ਨਾਲ ਪਾਲਕੀ ਸਾਹਿਬ ਲੈ ਕੇ ਰਾਜਾ ਰਾਣੀਆਂ ਦੇ ਸਮੇਤ, ਸੇਵਕਾਂ ਦੇ ਸਮੇਤ, ਮੰਤਰੀਆਂ ਦੇ ਸਮੇਤ ਨੰਗੇ ਪੈਰ ਉਸ ਪਾਰਕ ਵੱਲ ਚੱਲੇ ਆ, ਗਾਰਡਨ ਵੱਲ ਚੱਲੇ ਆ, ਬਾਗ ਨੂੰ ਆਇਆ। ਕਹਿੰਦੇ ਪਿੱਛੋਂ ਉਤਸ਼ਾਹ ਬੜਾ ਸੀ, ਬੜੇ ਪਿਆਰ 'ਚ ਭਿੱਜੇ ਹੋਏ ਆ। ਢੋਲਕੀਆਂ, ਚਿਮਟੇ, ਛੈਣੇ ਉਹਨਾਂ ਸਮਿਆਂ ਦੇ, ਮਿਰਦੰਗਾਂ, ਕਿਉਂਕਿ ਆਓ ਭਗਤ ਹੈ। ਗਰੀਬ ਨਵਾਜ ਸਤਿਗੁਰਾਂ ਨੂੰ ਲੈ ਕੇ ਆ ਰਹੇ ਆ। ਅੱਜ ਵੀ ਕਿਤੇ ਨਵਾਂ ਗੁਰੂ ਘਰ ਬਣਦਾ, ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਉਂਦੇ ਆ। ਪਹਿਲੀ ਵਾਰ ਪ੍ਰਕਾਸ਼ ਹੋਵੇ, ਨਗਰ ਕੀਰਤਨ ਦੇ ਰੂਪ 'ਚ ਆਈਦਾ ਹੈ। ਸੁਗੰਧੀਆਂ ਹੁੰਦੀਆਂ, ਨਿਸ਼ਾਨ ਸਾਹਿਬ ਹੁੰਦੇ ਆ, ਨਗਾਰੇ ਵੱਜਦੇ ਆ, ਢੋਲ ਵੱਜਦੇ ਆ, ਖੁਸ਼ੀਆਂ, ਗੁਲਾਬ ਦੇ ਫੁੱਲ। ਕਹਿੰਦੇ ਜੀ ਟੋਕਰੇ ਭਰੇ ਫੁੱਲਾਂ ਦੇ ਵੀ ਸਤਿਗੁਰਾਂ ਦੀ ਪਾਲਕੀ ਤੇ ਸੁੱਟਦੇ ਆਵਾਂਗੇ। ਰਾਜਾ ਗਲ ਵਿੱਚ ਪੱਲਾ ਪਾ ਕੇ, ਸਰੋਪਾ ਪਾ ਕੇ, ਦੋਨੇ ਹੱਥ ਜੋੜ ਪਾਲਕੀ ਦੇ ਨਾਲ ਚੱਲਦਾ ਏ। ਜਾਬਿਆ ਵਾ ਉਪਬਨ ਕੇ ਮਾਹੀ, ਸ਼੍ਰੀ ਨਾਨਕ ਤਹ ਦੇਖੇ ਨਾਹੀ। ਜਦੋਂ ਚੱਲਦਾ ਚੱਲਦਾ ਰਾਜਾ ਉਸੇ ਥਾਂ ਤੇ ਆਇਆ ਜਿੱਥੇ ਸਤਿਗੁਰ ਬੈਠੇ ਸੀ। ਨੇੜੇ ਆ ਕੇ ਵੇਖਿਆ ਗੁਰੂ ਨਾਨਕ ਸਾਹਿਬ, ਭਾਈ ਬਾਲਾ, ਭਾਈ ਮਰਦਾਨਾ ਬਾਗ ਵਿੱਚ ਹੈ ਹੀ ਨਹੀਂ, ਆਖੋ ਸਤਨਾਮ। ਟੁੱਟ ਗਿਆ। ਆਵਾਜ਼ਾਂ ਮਾਰੀਆਂ, ਭੱਜ ਭੱਜ ਕੇ ਵੇਖਿਆ, ਕਿੱਥੇ ਗਏ ਸਤਿਗੁਰ? ਜਿਹਨੇ ਐਡਾ ਵੱਡਾ ਸੈਟਅਪ ਲਾਇਆ ਹੈ, ਧਰਮਸ਼ਾਲਾ ਬਣਾਈ ਹੈ। ਗੁਰੂ ਸਾਹਿਬ ਕਹਿੰਦੇ ਧਰਮਸ਼ਾਲਾ ਬਣਾ, ਸਾਨੂੰ ਲੈ ਜਾਈਂ ਫਿਰ ਆ ਕੇ। ਪਰ ਇਸ ਬਾਗ ਵਿੱਚ, ਉਸ ਰੁੱਖ ਦੇ ਥੱਲੇ ਗਰੀਬ ਨਵਾਜ ਕਿਤੇ ਨਜ਼ਰ ਨਹੀਂ ਆਉਂਦੇ। ਪਰਖਨ ਭਾਉ ਭੂਪ ਗਤ ਦਾਨਾ, ਭਏ ਕਾਲ ਤਿਹ ਅੰਤਰ ਧਿਆਨਾ। ਮਹਾਕਵੀ ਭਾਈ ਸੰਤੋਖ ਸਿੰਘ ਲਿਖਦੇ ਆ ਤੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੁਣਾ ਰਹੇ ਆ। ਕਹਿੰਦੇ ਪਾਤਸ਼ਾਹ, ਮੇਰੇ ਸਾਹਿਬਾਂ ਨੇ ਰਾਜੇ ਨੂੰ ਪਰਖਣਾ ਚਾਹਿਆ। ਕਹਿੰਦੇ ਬਾਲਿਆ ਇਹਨੇ ਸਾਨੂੰ ਕਿੰਨੀ ਵਾਰ ਪਰਖ ਲਿਆ, ਆਪਾਂ ਨਾ ਪਰਖੀਏ ਇਹਨੂੰ। ਕਹਿੰਦੇ ਗੁਰੂ ਪਾਤਸ਼ਾਹ ਸਾਡੇ ਸਮੇਤ ਅੰਤਰ ਧਿਆਨ ਹੋ ਗਏ, ਅੰਤਰ ਧਿਆਨ ਅਲੋਪ ਹੋ ਗਏ। ਰਾਜੇ ਨੇ ਵੇਖਿਆ, ਉਹਨੇ ਆਪਣੇ ਸੇਵਕਾਂ ਨੂੰ ਹੁਕਮ ਲਾਇਆ, ਵੇਖੋ ਤੇ ਸਹੀ ਗੁਰੂ ਸਾਹਿਬ ਕਿਤੇ ਕਿਸੇ ਹੋਰ ਰੁੱਖ ਥੱਲੇ ਨਾ ਹੋਣ। ਬਾਗ ਬਹੁਤ ਵੱਡਾ ਹੈ ਜੀ, ਜਿਵੇਂ 12 ਗਾਰਡਨ ਹੋਵੇ ਬਣਿਆ। ਕਮਲਾ ਹੋ ਗਿਆ ਰਾਜਾ, ਝੱਲ ਚੜ ਗਿਆ। ਉਹ ਤੁਸੀਂ ਇੰਨਾ ਕੁਝ ਕਿਸੇ ਲਈ ਕੀਤਾ ਹੋਵੇ, ਕਿਸੇ ਤੋਂ ਭਾਵ ਕੋਈ ਸੱਜਣ ਲਈ, ਉਹ ਗਾਇਬ ਹੀ ਹੋ ਜਾਏ, ਅਲੋਪ ਹੋ ਜਾਏ। ਰਿਸ਼ਤੇਦਾਰ ਤੁਹਾਡੇ ਵਿਹੜੇ 'ਚ ਆਇਆ ਬੈਠਾ, ਤੁਸੀਂ ਉਹਦੇ ਲਈ ਬੜਾ ਕੁਝ ਬਣਾ ਰਹੇ ਹੋ, ਘੜੀ 'ਚ ਹੀ ਲੰਘ ਜੇ, ਉਦਾਸ ਨਹੀਂ ਹੋਊਗਾ ਮਨ? ਇੰਨਾ ਕੁਝ ਕੀਤਾ, ਫੋਨ ਵੀ ਨਹੀਂ ਚੱਕਦਾ, ਗਿਆ ਕਿੱਥੇ? ਜਦੋਂ ਰਾਜੇ ਨੇ ਵੇਖਿਆ, ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਇੱਕਦਮ ਕੁਝ ਵੀ ਸਮਝ ਨਹੀਂ ਆਉਂਦਾ। ਬਿਨਾ ਬਿਲੋ ਕੇ ਬਹਿ ਬਲਰਾਓ, ਧਰਨ ਗਿਰਿਓ ਤਨ ਸ਼ੁੱਧ ਨਹਿ ਕਾਓ। ਚਾਰੇ ਦਿਸ਼ਾਵਾਂ ਢੂੰਡੀਆਂ, ਲੱਭਿਆ ਕਿਤੇ ਵੀ ਗੁਰੂ ਸਾਹਿਬ ਨਾ ਲੱਭੇ। ਸਿਪਾਹੀ ਭੱਜੇ ਫਿਰਦੇ ਆ, ਮੰਤਰੀ ਸੇਵਾਦਾਰ ਬਣ ਕੇ ਭੱਜੇ ਫਿਰਦੇ ਆ, ਪਰ ਨਾ ਭਾਈ ਬਾਲਾ ਜੀ, ਨਾ ਭਾਈ ਮਰਦਾਨਾ ਜੀ, ਨਾ ਗੁਰੂ ਨਾਨਕ ਸਾਹਿਬ ਮਹਾਰਾਜ। ਕਹਿੰਦੇ ਰਾਜਾ ਭੁੱਬਾ ਮਾਰ ਮਾਰ, ਧਾਹਾਂ ਮਾਰ ਮਾਰ ਦਰਖਤ ਕੋਲ ਰੋਂਦਾ ਏ, ਲੱਭਦਾ ਫਿਰਦਾ। 2.5 ਘੰਟੇ ਲੱਭਦਾ ਰਿਹਾ, ਪਾਤਸ਼ਾਹ ਮੁੜਿਆ ਉਹ ਕਿੱਥੇ ਹੋ? ਜਦੋਂ ਰੱਬ ਕਿਤੇ ਵੀ ਨਾ ਦਿਸਿਆ, ਆਖਰਕਾਰ ਪਿਆਰ 'ਚ ਰੋਂਦਾ ਰੋਂਦਾ ਰਾਜਾ ਬੇਹੋਸ਼ ਹੋ ਗਿਆ।
ਬੇਹੋਸ਼ ਹੋਣਾ ਖੇਡ ਹੈ ਕੋਈ? ਬੇਹੋਸ਼ ਬੰਦਾ ਉਦੋਂ ਹੁੰਦਾ ਜਦੋਂ ਬਹੁਤ ਵੱਡਾ ਸਦਮਾ ਲੱਗੇ। ਜਦੋਂ ਇੱਥੇ ਦੁਨੀਆ ਤੋਂ ਕੋਈ ਤੁਰ ਜਾਂਦਾ ਨਾ, ਕਈ ਵਾਰ ਮਾਂ ਬਾਪ ਭੈਣ ਭਰਾ ਨਾ ਬੇਹੋਸ਼ ਹੋ ਜਾਂਦੇ ਆ। ਸਦਮਾ, ਇੱਕਦਮ ਨੰਬਨੈਸ ਆ ਜਾਣੀ, ਸੁੰਨ ਹੋ ਜਾਣਾ, ਪਤਾ ਹੀ ਨਹੀਂ ਲੱਗਣਾ ਮੈਂ ਕਿੱਥੇ ਆ। ਰਾਜਾ ਖੜਾ ਖੜਾ ਧੜਾਕ ਦੇਣੇ ਧਰਤੀ ਤੇ ਡਿੱਗਾ ਜਿਵੇਂ ਕੋਈ ਮੁਨਾਰਾ ਡਿੱਗਦਾ ਹੋਵੇ। ਭੱਜ ਕੇ ਮੰਤਰੀਆਂ ਨੇ ਚੁੱਕਿਆ, ਕਹਿੰਦੇ ਸਰੀਰ ਕੰਬਦਾ ਸੀ, ਠੰਡਾ ਹੋ ਗਿਆ ਇੱਕਦਮ, ਅੱਖਾਂ 'ਚ ਤੇ ਹੰਝੂ ਸੀ, ਰੋਂਦਾ ਰੋਂਦਾ ਡਿੱਗ ਪਿਆ। ਕਹਿੰਦਾ ਉਹ ਮਹਾਰਾਜ ਸੱਚੇ ਪਾਤਸ਼ਾਹ ਪਿਆਰਿਆ, ਮੈਂ ਤੈਨੂੰ ਪਰਖ ਪਰਖ ਗਲਤੀਆਂ ਕੀਤੀਆਂ, ਰੱਬਾ ਤੂੰ ਵਿਹੜੇ ਵੀ ਆਇਆ, ਉਹ ਤੈਨੂੰ ਸੰਭਾਲ ਨਾ ਪਾਇਆ। ਆਖੋ ਸਤਨਾਮ, ਕਿਹੜਾ ਮਾੜਾ ਕਰਮ ਮੇਰਾ ਆ ਗਿਆ, ਤੂੰ ਮੈਥੋਂ ਮੁੱਖ ਵੱਟ ਗਿਆ। ਹਾਉ ਬਾਰੀ ਮੁੱਖ ਫੇਰ ਪਿਆਰੇ, ਤੂੰ ਕਿਉਂ ਮੁੱਖ ਫੇਰ ਲਿਆ ਮੇਰੇ ਤੋਂ? ਕਹਿੰਦੇ ਇਹ ਸੋਚ ਕੇ ਧਰਤੀ ਤੇ ਡਿੱਗਿਆ, ਬੇਹੋਸ਼ ਹੋ ਗਿਆ। ਰਾਜੇ ਨੂੰ ਆਪਣੀ ਸੁੱਧ ਬੁੱਧ ਨਹੀਂ ਹੈ, ਸਿਰ ਦੀ ਪਗੜੀ ਖੁੱਲ ਗਈ। ਇਦਾਂ ਲੱਗਿਆ ਜਿਵੇਂ ਕਿਤੇ ਪ੍ਰਾਣ ਤੇ ਆ ਗਿਆ ਹੋਵੇ, ਮੂੰਹ ਖੁੱਲ੍ਹਾ ਹੈ। ਉਸੇ ਵੇਲੇ ਮੰਤਰੀਆਂ ਨੇ ਮੁੱਖ ਵਿੱਚ ਪਾਣੀ ਪਾਇਆ, ਪੈਰਾਂ ਦੀ ਮਾਲਿਸ਼ ਕੀਤੀ ਐ। ਲੱਗੇ ਮ੍ਰਿਤਕ ਅੰਗਣ ਮਾਹੀ, ਲੀਨ ਉਚਾਏ ਸੇਵਕਨ ਤਾਹੀ। ਸਾਰਾ ਸਰੀਰ ਰਾਜੇ ਦਾ ਧੂੜ ਮਿੱਟੀ ਨਾਲ ਭਰ ਗਿਆ। ਜਿਹੜਾ ਰਾਜਾ ਕਦੇ ਨੰਗੇ ਪੈਰ ਨਹੀਂ ਸੀ ਤੁਰਦਾ, ਰਾਜਾ ਤੇ ਰਾਜਾ ਹੀ ਹੈ, ਅੱਜ ਉਹ ਮਿੱਟੀ ਨਾਲ ਭਰਿਆ ਪਿਆ, ਮੂੰਹ ਸਿਰ ਤੋਂ ਸਰੀਰ ਚੋਂ ਪਸੀਨਾ ਚੋਂਦਾ, ਕਿਉਂਕਿ ਬੇਹੋਸ਼ ਹੈ, ਬੇਸੁੱਧ ਹੈ। ਆਖਰਕਾਰ ਸੇਵਾਦਾਰਾਂ ਨੇ ਚੁੱਕਿਆ, ਘਬਰਾ ਗਏ ਨੇ ਸਾਰੇ, ਭਾਜੜਾਂ ਪੈ ਗਈਆਂ ਸਾਰਿਆਂ ਨੂੰ ਵੀ ਹੋ ਕੀ ਗਿਆ, ਕਿਤੇ ਰਾਜਾ ਚੜ੍ਹਾਈ ਤਾਂ ਨਹੀਂ ਕਰ ਗਿਆ। ਰਾਜਾ ਮਹਾਰਾਜਾ ਮੰਤਰੀ ਸੰਤਰੀ, ਭਾਵੇਂ ਕੋਈ ਅੱਜ ਦਾ ਵੀ ਹੈ, ਕੋਈ MLA CM ਹੈ PM ਹੈ, ਜੋ ਰੋਟੀ ਵੀ ਖਾਂਦੇ ਉਹ ਵੀ ਟੈਸਟ ਹੁੰਦੀ ਆ, ਪਾਣੀ ਪੀਂਦੇ ਉਹ ਵੀ ਟੈਸਟ ਕੀਤਾ ਜਾਂਦਾ ਵੀ ਕਿਤੇ ਪਾਣੀ 'ਚ ਗੜਬੜ ਨਾ ਹੋ ਜੇ, ਬਿਮਾਰ ਨਾ ਹੋ ਜੇ। ਹਰ ਵੇਲੇ ਰਿਪੋਰਟਾਂ ਹੁੰਦੀਆਂ ਨੇ, ਹਰ ਵੇਲੇ ਮੈਡੀਕਲ ਟਰੀਟਮੈਂਟ। ਕਿਤੇ ਕੋਈ ਰਾਜਾ ਮਹਾਰਾਜਾ ਤੁਰਿਆ ਜਾਂਦਾ ਨਾ, ਅੱਜ ਦਾ ਵੀ ਐਂਬੂਲੈਂਸਾਂ ਦੋ ਤਿੰਨ ਤਿੰਨ ਚੱਲਦੀਆਂ ਨਾਲ, ਉਹਦੇ ਹੈਲੀਕਾਪਟਰ ਉੱਡਦੇ ਹੋਣਗੇ ਉੱਤੇ। ਜੇ ਧਰਤੀ ਤੇ ਤੁਰਿਆ ਜਾਂਦਾ ਨਾ, ਤੇ ਏਅਰ ਤੋਂ ਵੀ ਨਜ਼ਰ ਰੱਖੀ ਜਾਂਦੀ ਹੈ ਵੀ ਕਿਤੇ ਕੋਈ ਐਮਰਜੈਂਸੀ ਨਾ ਪੈ ਜੇ। ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਾਂਦਾ, ਇੱਕ ਜਹਾਜ਼ ਵਿੱਚ ਪੰਜ ਜਹਾਜ਼ ਆਸੇ-ਪਾਸੇ ਉੱਡਦੇ, ਕਾਹਦੇ ਲਈ? ਮੈਡੀਕਲ ਤੇ ਸਿਕਿਉਰਿਟੀ ਪਰਪਸ ਹੈ, ਸਿਹਤ ਡਾਊਨ ਨਾ ਹੋ ਜੇ। ਤੇ ਉਸ ਵੇਲੇ ਦਾ ਰਾਜਾ ਸ਼੍ਰੀਲੰਕਾ ਦਾ, ਸੰਗਲਾਦੀਪ ਦਾ, ਖੇਡ ਥੋੜੀ ਹੈ ਜੀ। ਕਹਿੰਦੇ ਰਾਜੇ ਨੂੰ ਚੱਕੀ ਫਿਰਦੇ ਆ ਹੱਥਾਂ ਉੱਤੇ, ਸਮਝ ਨਹੀਂ ਆਉਂਦੀ ਹੋਇਆ ਕੀ। ਪਰਸਰਾਮ ਰੋਂਦਾ ਏ, ਵੇਖਿਓ ਕਿਤੇ ਰਾਜੇ ਸ਼ਿਵਨਾਭ ਨੂੰ ਅੱਜ ਕੁਝ ਹੋ ਨਾ ਜਾਵੇ। ਪਹੁੰਚ ਅੰਗ ਕਰ ਪੌਣ ਚੁਲਾਈ, ਚੇਤਨਤਾ ਭੂਪਤ ਤਨ ਆਈ। ਫੌਰਨ ਵੈਦਾਂ ਹਕੀਮਾਂ ਨੇ ਮੌਕਾ ਸਾਂਭਿਆ ਜੀ, ਹਵਾ ਦਿੱਤੀ ਪੱਖਿਆਂ ਦੇ ਨਾਲ, ਪਾਣੀ ਮੁੱਖ ਵਿੱਚ ਪਾਇਆ, ਮੱਖਣ ਦੀ ਮਾਲਿਸ਼ ਕੀਤੀ ਗਈ। ਕਿਉਂਕਿ ਅੱਜ ਵੀ ਕੋਈ VIP ਹੋਵੇ, ਮੈਡੀਕਲ ਟੀਮ ਹਮੇਸ਼ਾ ਨਾਲ ਹੁੰਦੀ ਹੈ। ਕੋਈ ਮੁੱਖ ਮੰਤਰੀ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਂਦਾ ਨਾ, ਇੱਕ ਜ਼ਿਲ੍ਹੇ ਦੀ ਮੈਡੀਕਲ ਟੀਮਾਂ CMO SMO ਨਾਲ ਚੱਲਦੇ ਆ, ਆਪਣੀ ਟੀਮ ਅਲੱਗ ਤੋਂ ਨਾਲ ਹੁੰਦੀ ਹੈ। ਤੇ ਹੁਣ ਇਹ ਤਾਂ ਰਾਜਾ ਏ, ਨਾਲ ਰਹਿਣਾ 24 ਘੰਟੇ ਸਾਰਿਆਂ ਨੇ। ਵੈਦ ਹਕੀਮ ਨਾਲ ਹੁੰਦੇ ਆ ਉਸ ਵੇਲੇ। ਕਹਿੰਦੇ ਜੀ ਉਹਨਾਂ ਨੇ ਮੌਕਾ ਸੰਭਾਲਿਆ, ਰਾਜੇ ਦੇ ਪੈਰਾਂ ਦੀ ਮਸਾਜ, ਹੱਥਾਂ ਦੀ ਮਸਾਜ। ਆਖਰਕਾਰ ਰਾਜੇ ਨੂੰ ਹੋਸ਼ ਵਿੱਚ ਲੈ ਆਂਦਾ, ਪਾਣੀ ਪਿਲਾਇਆ, ਹੋਸ਼ ਆਈ, ਅੱਖਾਂ ਖੋਲ੍ਹ ਕੇ ਵੇਖਦਾ ਮੈਂ ਕਿੱਥੇ ਪਿਆ। ਪੁੱਛਦਾ, ਕਹਿੰਦਾ ਗੁਰੂ ਨਾਨਕ ਸਾਹਿਬ ਕਿੱਥੇ ਨੇ? ਬੇਹੋਸ਼ ਹੋਏ ਦੀ ਵੀ ਸੁਰਤ ਸਤਿਗੁਰਾਂ ਦੇ ਚਰਨਾਂ ਨਾਲ ਜੁੜੀ ਹੋਈ ਹੈ। ਬੋਲਿਓ ਬਾਣੀ ਹੋਏ ਸ਼ੋਕਾ, ਕਿਤ ਗਏ ਸ਼੍ਰੀ ਨਾਨਕ ਸੁਖੀ ਓਕਾ। ਹੁਣ ਰਾਜਾ ਉੱਠ ਕੇ ਬੈਠਾ, ਜਦੋਂ ਰਾਣੀਆਂ ਵੇਖੀਆਂ ਰੋਂਦੀਆਂ, ਸਭ ਨੇ ਦਿਲਾਸਾ ਦਿੱਤਾ, ਪਰ ਰਾਜਾ ਰੋਵੇ। ਕਹਿੰਦਾ ਤੁਸੀਂ ਕਿਉਂ ਰੋਂਦੇ ਹੋ, ਮੈਨੂੰ ਇਹ ਦੱਸੋ ਗੁਰੂ ਬਾਬਾ ਜੀ ਕਿੱਥੇ ਨੇ? ਪਾਗਲਾਂ ਵਾਂਗੂ, ਝੱਲਿਆਂ ਵਾਂਗੂ, ਬੱਚਿਆਂ ਵਾਂਗ ਰੋ ਰੋ ਕੇ ਕਹਿੰਦਾ ਮਹਾਰਾਜ ਕਿੱਥੇ ਨੇ? ਇੰਨਾ ਵੀ ਕੋਈ ਪਿਆਰ ਕਰ ਸਕਦਾ ਹੈ? ਐਡੀ ਵੀ ਪ੍ਰੀਤ ਹੈ? ਵਾਹ, ਇਹਨੂੰ ਕਹਿੰਦੇ ਸਿੱਖੀ। ਇਹ ਹੈ ਪ੍ਰੇਮ। ਰੱਬ ਅੱਜ ਵੀ 1 ਮਿੰਟ ਤੇ ਬਹੁਤ ਵੱਡਾ, 1 ਸੈਕਿੰਡ ਵਿੱਚ ਮਿਲ ਸਕਦਾ। ਐਸਾ ਪ੍ਰੇਮ ਕਰੇ ਤੇ ਸਹੀ ਕੋਈ, ਐਸਾ ਪ੍ਰੇਮ ਕਰੋ ਮਨ ਮੇਰੇ। ਕਰਦਾ ਕੋਈ ਨਹੀਂ। ਸਾਡਾ ਪ੍ਰੇਮ ਸਿਰਫ ਮਤਲਬ ਦਾ ਏ। ਮੈਂ ਗੁਰਦੁਆਰੇ ਤਾਂ ਆਉਣਾ ਮੇਰਾ ਵੀਜ਼ਾ ਲੱਗ ਜੇ, ਮੈਂ ਤਾਂ ਆਉਣਾ ਮੈਨੂੰ ਕੋਈ ਦੁੱਖ ਰੋਗ ਬਿਮਾਰੀ ਨਾ ਲੱਗੇ। ਕੋਈ ਆਇਆ ਇੱਦਾਂ ਵੀ ਮੈਂ ਜੀ ਚੱਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ, ਮੈਂ ਤੇ ਸਤਿਗੁਰਾਂ ਦੇ ਕੋਲ ਬੈਠ ਕੇ 1 ਘੰਟਾ ਬਾਣੀ ਸੁਣਨੀ ਤੇ ਪੜ੍ਹਨੀ ਹੈ? ਕੋਈ ਉਹ ਹੋਣਾ ਕੋਈ ਨਹੀਂ। ਤੇ ਰੂਟੀਨ 'ਚ ਦੁਨੀਆ ਆਉਂਦੀ, ਮੱਥਾ ਟੇਕਿਆ ਚੱਲ ਗਏ, ਮੱਥਾ ਟੇਕਿਆ ਚੱਲ ਗਏ, ਆਇਆ ਵੇਖਿਆ ਵੀ ਗੁਰਦੁਆਰਾ ਹੈਗਾ ਉੱਥੇ ਹੀ ਹੈ, ਭੱਜਿਆ ਤਾਂ ਨਹੀਂ ਕਿਤੇ। ਅਸੀਂ ਤੇ ਵੇਖਣਾ ਉਹਨੇ ਆ।
ਹਾਂ ਆਓ ਸਤਿਗੁਰਾਂ ਦੇ ਕੋਲੇ ਬੈਠੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਆਪਣੇ ਸੱਜਣ ਨਾਲ ਗੱਲਾਂ ਕਰਕੇ ਜਾਓ। ਇਹ ਤਾਂ ਹੋਣਗੇ ਜਿੱਦਣ ਪਿਆਰ ਹੋਏਗਾ, ਜਿੱਦਣ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮਿਲਣੇ ਆਵਾਂਗੇ, ਸਤਿਗੁਰਾਂ ਦਾ ਅਦਬ ਕਰਾਂਗੇ, ਸਤਿਕਾਰ ਕਰਾਂਗੇ, ਬਾਰ-ਬਾਰ ਬੰਦਨਾ ਕਰਾਂਗੇ। ਕਹਿੰਦੇ ਰਾਜਾ ਉੱਠਿਆ, ਉੱਠ ਕੇ ਉਹਨੇ ਵੇਖਿਆ ਹੁਣ ਸੇਵਕਾਂ ਨੇ ਕੱਪੜੇ ਝਾੜ ਦਿੱਤੇ, ਕਿਉਂਕਿ ਰਾਜਾ ਜੀ ਉਹ ਪੁਸ਼ਾਕ ਵੀ ਬਦਲ ਦਿੱਤੀ ਉਹਦੀ ਉੱਠਦਿਆਂ ਸਾਰ। ਪਰ ਰਾਜੇ ਦੀਆਂ ਨਜ਼ਰਾਂ ਉਸ ਬਾਗ ਵਿੱਚ ਲੱਭਦੀਆਂ ਨੇ, ਇੰਨਿਆਂ ਲੋਕਾਂ ਵਿੱਚ ਹੀ ਆਪਣਾ ਸੱਜਣ ਨਹੀਂ ਦਿਸਦਾ। ਰਾਣੀਆਂ ਵਿੱਚ, ਪਟਰਾਣੀਆਂ ਦੇ ਵਿੱਚ, ਮੰਤਰੀਆਂ ਦੇ ਵਿੱਚ ਰਾਜਾ ਆਪਣੇ ਆਪ ਨੂੰ ਇਕੱਲਾ ਸਮਝਦਾ ਏ। ਇਨਕੇ ਦਰਸ਼ਨ ਤੀਨੋਂ ਤਪ ਤਨਕ ਬਿਲੋਕਤ ਹੋਵਤ ਖਾਪਾ। ਜਿਨ੍ਹਾਂ ਦੇ ਦਰਸ਼ਨ ਕਰਕੇ ਤਿੰਨੇ ਤਾਪ ਕੱਟੇ ਜਾਂਦੇ ਨੇ। ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾਂ ਸੁਖ ਰਾਸ। ਸੁੱਖਾਂ ਦੀ ਜਿਹੜੀ ਪੂੰਜੀ ਹੈ, ਆਦੀ ਵਿਆਦੀ ਉਪਾਦੀ, ਤਿੰਨੇ ਰੋਗ ਜਿਨ੍ਹਾਂ ਨੂੰ ਤੱਕਿਆਂ ਹੀ ਕੱਟੇ ਜਾਂਦੇ ਗੁਰੂ ਨਾਨਕ ਸਾਹਿਬ ਨੂੰ, ਉਹ ਦਿਸਦੇ ਨਹੀਂ। ਰਾਜੇ ਨੇ ਫੇਰ ਪੁੱਛਿਆ ਆਪਣੇ ਮੰਤਰੀਆਂ ਨੂੰ, ਵਜ਼ੀਰਾਂ ਨੂੰ, ਕਿੱਥੇ ਨੇ? ਕਹਿੰਦੇ ਜਨਾਬ ਪਤਾ ਨਹੀਂ ਕਿੱਥੇ ਨੇ, ਅਸੀਂ ਤੇ ਤੁਹਾਡੇ ਨਾਲ ਆਏ ਆ। ਰਾਜਾ ਲੜਿਆ, ਉੱਠਿਆ, ਲੱਭਦਾ ਫਿਰਦਾ ਝੱਲਿਆ ਵਾਂਗੂ, ਕਦੇ ਬਾਗ ਦੇ ਇਸ ਪਾਸ, ਕਦੇ ਉਸ ਪਾਸ, ਕਦੇ ਕਿਸੇ ਰੁੱਖ ਥੱਲੇ, ਕਦੇ ਕਿਸੇ ਪਾਸੇ। ਆਵਾਜ਼ਾਂ ਮਾਰਦਾ, ਮਹਾਰਾਜ ਇੰਨਾ ਨਾ ਪਰਖੋ ਸੱਚੇ ਪਾਤਸ਼ਾਹ ਮੁੜਿਆਓ, ਅਜੇ ਤੇ ਰੀਝਾਂ ਅਧੂਰੀਆਂ ਨੇ। ਤੁਸੀਂ ਤੇ ਕਿਹਾ ਸੀ ਧਰਮਸ਼ਾਲਾ ਬਣਾ ਲਾ, ਮਰਜ ਸਭ ਕੁਝ ਬਣ ਗਿਆ। ਜੇ ਤੁਸੀਂ ਨਾ ਆਏ ਤੇ ਮੇਰਾ ਕੀ ਬਣੂ? ਪਿਆਰ ਚ ਕਮਲਾ ਹੋਇਆ ਰਾਜਾ ਫਿਰਦਾ। ਸਮੇਂ ਦੀ ਸਮਾਪਤੀ ਜੋ ਆਏਗਾ, ਆਉਣ ਵਾਲੇ ਦਿਨਾਂ 'ਚ ਬੜੇ ਪਿਆਰੇ ਬਾਖੂਬ ਆਨੰਦਮਈ ਪ੍ਰਸੰਗ, ਬੜਾ ਕੁਝ ਜੀਵਨ ਵਿੱਚ ਸਿੱਖਣ ਵਾਲਾ ਹੋਏਗਾ। ਜਿਹੜੀ ਕਥਾ ਹੁਣ ਸੰਗਲਾ ਦੀਪ ਦੀ ਆਰੰਭ ਹੋਣ ਲੱਗੀ ਹੈ, ਇੱਕ ਇੱਕ ਲਾਈਨ, ਇੱਕ ਇੱਕ ਪੰਕਤੀ ਜ਼ਿੰਦਗੀ ਭਰ ਕੰਮ ਆਉਣ ਵਾਲੀ ਹੈ।